हेलो फ्रेंड सत श्री अकाल वेलकम टू रेस अकेडमी ऑफिशियल माय नेम इज अजय सिडाना। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੀ ਇੱਕ ਸੀਰੀਜ਼ ਚੱਲ ਰਹੀ ਹੈ ਜਿਹਦਾ ਨਾਮ ਹੈ ਕਰੰਟ ਅਫੇਅਰ T20 ਜਿੰਦੇ ਵਿੱਚ ਹਰ ਸੰਡੇ ਤੁਹਾਨੂੰ ਇੱਕ ਜਿਹੜਾ ਲੈਕਚਰ ਹੈ ਉਹ ਮਿਲਦਾ ਹੈ ਜਿੰਦੇ ਚ ਆਪਾਂ ਕਰਦੇ ਹੁੰਨੇ ਆ ਉਸ ਪੂਰੇ ਵੀਕ ਦੀਆਂ ਨਿਊਜ਼ in the form of MCQs यानी कि टॉप 20 क्वेश्चंस ਆਪਾਂ ਇਹਦਾ ਨਾਮ ਰੱਖਿਆ ਹੋਇਆ ਹੈ ਬਟ ਐਜ਼ ਯੂ ਨੋ ਕਿ ਆਪਾਂ ਜਿਵੇਂ ਆਪਸ਼ਨਸ ਦੇ ਨਾਲ ਡਿਸਕਸ ਕਰਕੇ ਤਕਰੀਬਨ ਆਪਾਂ 40 to 50 ਜਿਹੜੀਆਂ ਨਿਊਜ਼ ਹੈ ਉਹ ਆਪਾਂ ਇਸ ਹਾਫ ਐਨ ਆਰ ਜਾਂ 45 ਮਿੰਟਸ ਦੇ ਤਕਰੀਬਨ ਇਹ ਲੈਕਚਰ ਹੁੰਦਾ ਹੈ ਜਿੰਦੇ ਚ ਆਪਾਂ ਡਿਸਕਸ ਕਰਦੇ ਹੁੰਨੇ ਆ। ਸੋ ਆਓ ਫਿਰ ਆਪਾਂ ਅੱਜ ਦਾ यानी कि 17th ऑफ जुलाई ਦਾ ਲੈਕਚਰ ਨੂੰ ਆਪਾਂ ਸਟਾਰਟ ਕਰਦੇ ਆ। ਠੀਕ ਹੈ, ਮੈਂ ਉਮੀਦ ਕਰਦਾ ਪਿਛਲੇ ਦੋ ਲੈਕਚਰ ਜਿਹੜੇ ਹੈ ਉਹ ਤੁਹਾਨੂੰ ਅੱਛੇ ਲੱਗੇ ਹੋਣਗੇ ਐਂਡ ਤੁਸੀਂ ਆਪਦੀ ਤਿਆਰੀ ਨੂੰ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਨਾਲ ਜੱਜ ਕਰ ਪਾ ਰਹੇ ਹੋਵੋਗੇ ਕਿ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਹੈ ਕਰੰਟ ਅਫੇਅਰ ਨੂੰ ਪੜ੍ਹ ਰਹੇ ਹੋ ਤੇ ਅਗਰ ਜਿਹੜੇ ਕੁਐਸਚਨ ਆਪਾਂ ਇੱਥੇ ਡਿਸਕਸ ਕਰਦੇ ਆ ਜਾਂ ਕੁਐਸਚਨਸ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਡਿਸਕਸ ਕਰਦੇ ਆ ਅਗਰ ਉਹਨਾਂ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਸੋਲਵ ਕਰ ਪਾ ਰਹੇ ਹੋ। ਠੀਕ ਹੈ ਜੀ, ਸੋ ਆਪਾਂ ਸਟਾਰਟ ਕਰਦੇ ਆ ਜੀ ਅੱਜ ਦਾ ਲੈਕਚਰ। ਅੱਜ ਦੇ ਲੈਕਚਰ ਦੇ ਟੇਬਲ ਆਫ ਕੰਟੈਂਟ ਕੀ ਰਹੇਗਾ, ਸਭ ਤੋਂ ਪਹਿਲਾਂ ਆਪਾਂ for 2 ਮਿੰਟਸ ਆਪਾਂ ਡਿਸਕਸ ਕਰਾਂਗੇ ਕਿ ਸਟ੍ਰੈਟਜੀ ਕੀ ਰਹਿਣੀ ਚਾਹੀਦੀ ਹੈ ਤੁਹਾਡੀ ਕਰੰਟ ਅਫੇਅਰਸ ਵਾਸਤੇ ਫॉर ਅਪਕਮਿੰਗ ਐਗਜ਼ਾਮਸ। ਦੈਨ ਆਪਾਂ ਜਿਹੜੇ ਹੈ ਆਪਣੇ ਕੁਐਸਚਨਸ ਵੱਲ ਨੂੰ ਆਵਾਂਗੇ। ਸੋ ਸਭ ਤੋਂ ਪਹਿਲਾਂ ਅਗਰ ਮੈਂ 2 ਮਿੰਟ ਲਈ ਸਟ੍ਰੈਟਜੀ ਦਾ ਡਿਸਕਸ ਕਰਾਂ ਤਾਂ ਮੈਂ ਇਹੀ ਤੁਹਾਨੂੰ ਕਹੂੰਗਾ ਫਰੈਂड्स कि 1 मिनट शायद ਤੁਹਾਨੂੰ ਦਿਖ ਨਾ ਰਿਹਾ ਹੋਵੇ। नहीं ओके है, जमा सही दिख रहा है। देखो सो ਇਹਦੇ ਚ ਮੈਂ ਤੁਹਾਨੂੰ ਮੇਨਲੀ ਇਹ ਗੱਲ ਕਹਿਣਾ ਚਾਹੂੰਗਾ ਕਿ ਕਿਸੇ ਵੀ ਐਗਜ਼ਾਮ ਦੇ ਵਿੱਚ ਜਿੰਦੇ ਚ ਜਨਰਲ ਨੌਲੇਜ ਜਾਂ ਜਨਰਲ ਅਵੇਅਰਨੈਸ ਪੁੱਛੀ ਜਾਂਦੀ ਹੈ ਜਾਂ ਫਿਰ ਇਹ ਕਹਿ ਲਓ ਕਿ ਕਰੰਟ ਅਫੇਅਰਸ ਵਿਦ ਪ੍ਰੋਪਰ ਐਨਾਲਿਸਿਸ ਜਿਹੜਾ ਹੈ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਉਸ ਐਗਜ਼ਾਮ ਨੂੰ ਦੇਣ ਵਾਸਤੇ ਤੁਹਾਨੂੰ ਸਭ ਤੋਂ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ ਨਿਊਜ਼ਪੇਪਰ। ਤੁਸੀਂ ਨਿਊਜ਼ਪੇਪਰ ਤੋਂ ਭੱਜ ਨਹੀਂ ਸਕਦੇ, ਨਿਊਜ਼ਪੇਪਰ ਨੂੰ ਤੁਹਾਨੂੰ ਪੜ੍ਹਨਾ ਹੀ ਜਿਹੜਾ ਹੈ ਉਹ ਪਏਗਾ ਐਂਡ ਡੇਲੀ ਬੇਸਿਸ ਤੇ। ਮੈਂ ਹਮੇਸ਼ਾ ਇੱਕ ਗੱਲ ਆਪਦੇ ਸਟੂਡੈਂਟਸ ਨੂੰ ਕਹਿਣਾ ਹੁੰਨਾ ਕਿ ਆਪਾਂ ਕਦੇ ਵੀ ਅਗਰ ਆਪਾਂ ਕਰੰਟ ਅਫੇਅਰ ਦੀ ਗੱਲ ਕਰਦੇ ਆ ਤਾਂ ਕਰੰਟ ਅਫੇਅਰ ਮੇਨਲੀ ਆਪਾਂ ਨੂੰ ਕੀ ਚਾਹੁੰਦਾ ਹੁੰਦਾ ਹੈ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੇ ਕਰੰਟ ਅਫੇਅਰ ਹਨਾ, ਯਾਨੀ ਕਿ 1 ਸਾਲ ਦੀਆਂ ਜਿਹੜੀਆਂ ਨਿਊਜ਼ ਹੈ। ਤਾਂ ਮੈਂ ਇਹ ਕਹਿਣਾ ਹੁੰਨਾ ਕਿ ਜਿਹੜਾ ਆਪਾਂ 6 ਮਹੀਨਿਆਂ ਦੇ ਵਿੱਚ ਜਾਂ ਆਪਾਂ ਇਹ ਕਹਿ ਲਈਏ ਕਿ ਪਿਛਲੇ 180 ਦਿਨਾਂ ਦੇ ਵਿੱਚ ਜਿਹੜਾ ਕੁਝ ਹੋਇਆ ਉਹਨੂੰ ਆਪਾਂ 180 ਮਿੰਟਾਂ ਦੇ ਵਿੱਚ ਕਦੇ ਵੀ ਨਹੀਂ ਪੜ੍ਹ ਸਕਦੇ। ਸੋ ਇਟ ਮੀਨਸ ਕਿ ਜਿਹੜਾ ਕਰੰਟ ਅਫੇਅਰ ਹੈ ਤੁਸੀਂ ਆਪਦੀ ਜਨਰਲ ਨੌਲੇਜ ਨੂੰ, ਤੁਸੀਂ ਆਪਦੀ ਜਨਰਲ ਅਵੇਅਰਨੈਸ ਨੂੰ ਇਨਕਰੀਜ਼ ਕਰਨਾ ਹੈ ਤਾਂ ਉਹਦਾ ਇੱਕੋ ਇੱਕ ਤਰੀਕਾ ਹੈ ਤੁਸੀਂ ਡੇਲੀ ਬੇਸਿਸ ਤੇ ਜਾਂ ਆਪਦੇ ਰੂਟੀਨ ਬੇਸਿਸ ਤੇ ਜਿਹੜਾ ਹੈ ਉਹ ਕਰੰਟ ਅਫੇਅਰ ਨੂੰ ਪੜ੍ਹੋ। ਉਹਦੇ ਲਈ ਮੈਂ ਤੁਹਾਨੂੰ ਕੀ ਸੁਜੈਸਟ ਕਰਨਾ ਚਾਹੂੰਗਾ ਕਿ ਤੁਸੀਂ ਜਿਹੜਾ ਐਗਜ਼ਾਮੀਨੇਸ਼ਨ ਰਿਲੇਟਡ ਨਿਊਜ਼ ਹੈਗੀਆਂ ਨਿਊਜ਼ਪੇਪਰ ਦੇ ਵਿੱਚ ਉਹਨਾਂ ਨੂੰ ਡੇਲੀ ਬੇਸਿਸ ਤੇ ਪੜ੍ਹੋ। ਫਿਰ ਚਾਹੇ ਤੁਸੀਂ ਕੋਈ ਵੀ ਨਿਊਜ਼ਪੇਪਰ ਫੋਲੋ ਕਰ ਲਓ, ਮੇਨ ਜਿਹੜਾ ਐਗਜ਼ਾਮ ਰਿਲੇਟਡ ਨਿਊਜ਼ਪੇਪਰ ਹੁੰਦਾ ਉਹ ਦਾ ਹਿੰਦੂ ਹੁੰਦਾ ਹੈ, ਇੰਡੀਅਨ ਐਕਸਪ੍ਰੈਸ ਹੁੰਦਾ ਹੈ। ਬਾਕੀ ਅਗਰ ਤੁਹਾਨੂੰ ਟ੍ਰਿਬਿਊਨ ਵਧੀਆ ਲੱਗਦਾ ਹੈ, ਤੁਹਾਨੂੰ ਹਿੰਦੁਸਤਾਨ ਟਾਈਮਸ ਵਧੀਆ ਲੱਗਦਾ ਹੈ, ਕੋਈ ਵੀ ਨਿਊਜ਼ਪੇਪਰ ਤੁਸੀਂ ਜਿਹੜਾ ਹੈ ਉਹ ਪੜ੍ਹ ਸਕਦੇ ਹੋ। ਬਟ ਕੁਝ ਨਿਊਜ਼ ਹੁੰਦੀਆਂ ਗੌਸਿਪਸ ਵਾਲੀਆਂ, ਕੁਝ ਨਿਊਜ਼ ਹੁੰਦੀਆਂ ਇਨਫੋਰਮੇਸ਼ਨ ਵਾਲੀਆਂ। ਤੁਸੀਂ ਇਨਫੋਰਮੇਸ਼ਨ ਵਾਲੀਆਂ ਜਿਹੜੀਆਂ ਨਿਊਜ਼ ਹੈ ਪੜ੍ਹਨੀਆਂ। ਇੱਕ ਚੀਜ਼ ਸੋਚਿਆ ਕਰੋ, ਨਿਊਜ਼ਪੇਪਰ ਦੇ ਵਿੱਚ ਜਿਹੜੀਆਂ ਸਭ ਤੋਂ ਬੋਰਿੰਗ ਨਿਊਜ਼ ਹੁੰਦੀਆਂ ਉਹ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੁੰਦੀਆਂ। ਹੁਣ ਇੱਥੇ ਮੈਂ ਨਾਲ ਥੋੜਾ ਇਹ ਦੱਸਣਾ ਚਾਹੂੰਗਾ ਕਿ ਰੇਸ ਅਕੈਡਮੀ ਆਫੀਸ਼ੀਅਲ ਤੁਹਾਡੀ ਇਸ ਦੇ ਵਿੱਚ ਕਿਵੇਂ ਹੈਲਪ ਕਰ ਸਕਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਅਗਰ ਮੈਂ ਨਿਊਜ਼ ਦੀ ਗੱਲ ਕਰਾਂ ਤਾਂ ਤੁਸੀਂ ਰੇਸ ਅਕੈਡਮੀ ਆਫੀਸ਼ੀਅਲ ਦੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਤੁਸੀਂ ਹੈ ਜੁਆਇਨ ਹੋ ਸਕਦੇ ਹੋ, ਅਦਰਵਾਈਜ਼ ਤੁਸੀਂ ਹੋਵੋਗੇ ਵੀ, ਓਬਵੀਅਸ ਜੀ ਗੱਲ ਹੈ। ਅਗਰ ਨਹੀਂ ਹੈਗੇ ਹੋ ਤਾਂ ਰੇਸ ਅਕੈਡਮੀ ਦੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁਆਇਨ ਹੋ ਜਾਓ। ਡੇਲੀ ਮਾਰਨਿੰਗ 9 to 10 AM ਦੇ ਵਿੱਚ ਕਦੇ 9 ਵਜੇ 9:30 10 ਵਜੇ ਜਿਹੜਾ ਹੈ ਮੇਰੇ ਦੁਆਰਾ ਹੀ ਇੱਥੇ ਇੱਕ PDF ਪਾਈ ਜਾਂਦੀ ਹੈ ਜਿੰਦੇ ਵਿੱਚ ਉਸ ਦਿਨ ਦੀਆਂ ਦਾ ਹਿੰਦੂ ਐਂਡ ਇੰਡੀਅਨ ਐਕਸਪ੍ਰੈਸ ਉਹਦੇ ਵਿੱਚ ਜਿਹੜੀਆਂ ਮੋਸਟ ਇੰਪੋਰਟੈਂਟ ਨਿਊਜ਼ ਹੈ ਜੋ ਤੁਹਾਡੇ ਪੜ੍ਹਨ ਦੀਆਂ ਹੈਗੀਆਂ ਉਹ ਉੱਥੇ ਫ੍ਰੀ ਆਫ ਕੋਸਟ ਤੁਹਾਨੂੰ ਉਸ ਟੈਲੀਗ੍ਰਾਮ ਗਰੁੱਪ ਦੇ ਵਿੱਚ ਦਿੱਤੀਆਂ ਜਾਂਦੀਆਂ। ਠੀਕ ਹੈ ਜੀ। ਸੈਕਿੰਡ ਜਿਹੜਾ ਹੈ ਦੋਸਤੋ ਉਹ ਨਿਊਜ਼ ਨੂੰ ਤੁਸੀਂ ਪੜ੍ਹਨਾ ਹੈ, ਫਿਰ ਤੁਸੀਂ ਕਰੰਟ ਅਫੇਅਰ ਦਾ ਨਾ ਡੇਲੀ ਬੇਸਿਸ ਤੇ ਲੈਕਚਰ ਲਗਾਉਣਾ ਹੈ। ਉਹ ਹੁਣ ਤੁਸੀਂ ਕਿਸੇ ਵੀ ਸੋਰਸ ਨੂੰ ਤੁਸੀਂ ਪਿਛਲੇ 1-2 ਸਾਲ ਤੋਂ ਜਾਂ ਜਦੋਂ ਵੀ ਤੁਸੀਂ ਤਿਆਰੀ ਸ਼ੁਰੂ ਕੀਤੀ ਹੈ ਤੁਸੀਂ ਜਿਹੜਾ ਵੀ ਸੋਰਸ ਫੋਲੋ ਕਰਦੇ ਆ ਰਹੇ ਹੋ ਤੁਸੀਂ ਉਹ ਸੋਰਸ ਫੋਲੋ ਕਰ ਸਕਦੇ ਹੋ। ਬਟ ਉਸ ਸੋਰਸ ਨੂੰ ਫੋਲੋ ਕਰਨਾ ਹੈ ਜੋ ਐਕਸਪੀਰੀਅੰਸਡ ਹੋਵੇ ਐਂਡ ਜਿਹੜਾ ਹੈ ਜਿਹੜੀ ਕਰੰਟ ਨਿਊਜ਼ ਹੈਗੀ ਹੈ ਉਹਨਾਂ ਨੂੰ ਪ੍ਰੋਪਰ ਐਨਾਲਿਸਿਸ ਦੇ ਨਾਲ ਕਰਵਾ ਰਹੇ ਹੋਣ। ਐਦਾਂ ਨਹੀਂ ਹੈ ਕਿ ਆਪਾਂ ਜਿਹੜੇ ਹੈ ਸਿਰਫ ਆਪਾਂ 10 ਜਾਂ 12 ਰੋਜ਼ ਦੇ MCQ ਕਰ ਲਏ, ਉਹਦੇ ਨਾਲ ਪਾਰ ਪੈਣ ਵਾਲੀ ਨਹੀਂ ਹੈਗੀ ਹੈ। ਅੱਜ ਦੇ ਜਿਹੜੇ ਐਗਜ਼ਾਮ ਹੁੰਦੇ ਆ ਜੋ ਕਰੰਟ ਦੇ ਵਿੱਚ ਜੋ ਕੰਪੀਟੀਸ਼ਨ ਹੈ ਉਸ ਦੇ ਮੁਤਾਬਿਕ ਐਗਜ਼ਾਮ ਵੀ ਜਿਹੜੇ ਹੈ ਉਹ ਅਲੱਗ ਲੈਵਲ ਦੇ ਆ ਰਹੇ ਹੈ। ਸੋ ਉਸ ਕਰਕੇ ਤੁਹਾਨੂੰ ਜਿਹੜੀਆਂ ਵੀ ਕਰੰਟ ਨਿਊਜ਼ ਹੁੰਦੀਆਂ ਉਹਦਾ ਪ੍ਰੋਪਰ ਐਨਾਲਿਸਿਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇੱਕ ਡਿਟੇਲ ਉਹਦੀ ਜਿਹੜੀ ਹੈ ਉਹ ਪਤਾ ਹੋਣੀ ਚਾਹੀਦੀ ਹੈ। ਇਹਦੇ ਵਿੱਚ ਰੇਸ ਅਕੈਡਮੀ ਆਫੀਸ਼ੀਅਲ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਸਕਦਾ ਹੈ, ਇਹਦੇ ਵਿੱਚ ਤੁਹਾਨੂੰ ਐਪ ਦੇ ਵਿੱਚ ਜਾਣਾ ਪਏਗਾ। ਐਪ ਦੇ ਵਿੱਚ ਜਿਹੜੇ ਹੈ ਮੈਗਜ਼ੀਨ ਵਗੈਰਾ ਐਂਡ ਡੇਲੀ ਬੇਸਿਸ ਤੇ ਜਿਹੜੇ ਮੇਰੇ ਲੈਕਚਰ ਹੈ ਉਹ ਵੀ ਇਹਦੇ ਵਿੱਚ ਅਪਲੋਡ ਹੁੰਦੇ ਹੈ।
फिर तीसरे नंबर ਤੇ ਤੁਸੀਂ ਕੀ ਕਰਨਾ ਹੈ ਇਹਨਾਂ ਦੋਨਾਂ ਤੋਂ ਇਲਾਵਾ ਤੀਸਰੇ ਨੰਬਰ ਤੇ ਜਿਵੇਂ ਮੈਂ ਇਹ ਸੀਰੀਜ਼ ਜਿਹੜੀ ਸ਼ੁਰੂ ਕੀਤੀ ਹੋਈ ਹੈ T20 ਸੈਸ਼ਨ ਰੇਸ ਅਕੈਡਮੀ ਆਫੀਸ਼ੀਅਲ YouTube ਚੈਨਲ ਤੇ ਸੋ ਤੁਸੀਂ ਇਹਨੂੰ ਰੈਗੂਲਰਲੀ ਅਟੈਂਡ ਕਰੋ ਤੁਸੀਂ ਕੋਈ ਵੀ ਸੋਰਸ ਫੋਲੋ ਕਰ ਰਹੇ ਹੋ ਚਾਹੇ ਤੁਸੀਂ ਸਿਰਫ ਨਿਊਜ਼ਪੇਪਰ ਵੀ ਪੜ੍ਹ ਰਹੇ ਹੋ ਐਂਡ ਤੁਸੀਂ ਕਿਸੇ ਹੋਰ ਸੋਰਸ ਤੋਂ ਕੋਈ PDF ਜਾਂ ਕੋਈ ਵੀ ਜਿਹੜੀਆਂ ਨਿਊਜ਼ ਹੈ ਨਿਊਜ਼ ਸ਼ਾਰਟਸ ਜਿਹੜੀਆਂ ਹੁੰਦੀਆਂ ਉਹ ਤੁਸੀਂ ਪੜ੍ਹ ਰਹੇ ਹੋ ਤੁਸੀਂ ਉਸ ਤੋਂ ਬਾਅਦ ਕਰੰਟ ਅਫੇਅਰ T20 ਸੈਸ਼ਨ ਜਿਹੜਾ ਹੈ ਉਹ ਅਟੈਂਡ ਕਰੋ ਉਹਦੇ ਵਿੱਚ ਦੇਖੋ ਕਿ ਜਿਹੜੀਆਂ ਨਿਊਜ਼ ਆਪਾਂ ਡਿਸਕਸ ਕਰ ਰਹੇ ਹਾਂ ਕੀ ਤੁਸੀਂ ਆਲਰੇਡੀ ਪੜ੍ਹੀਆਂ ਹੋਈਆਂ ਨਹੀਂ ਪੜੀਆਂ ਹੋਈਆਂ ਤਾਂ ਥੋੜਾ ਬਹੁਤ ਆਈਡੀਆ ਤੁਹਾਨੂੰ ਇੱਥੋਂ ਵੀ ਮਿਲ ਜੇਗਾ ਬਾਕੀ ਠੀਕ ਹੈ ਜੀ ਐਸ ਰਿਗਾਰਡਿੰਗ ਅਗਰ ਤੁਸੀਂ ਕੋਈ ਤੁਹਾਡੀ ਕੁਐਰੀ ਹੈ ਤਾਂ ਤੁਸੀਂ ਰੇਸ ਅਕੈਡਮੀ ਆਫੀਸ਼ੀਅਲ ਦੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਮੈਨੂੰ ਮੇਰੇ ਟੈਲੀਗ੍ਰਾਮ ਤੇ ਕੰਟੈਕਟ ਕਰ ਸਕਦੇ ਹੋ ਟੈਲੀਗ੍ਰਾਮ ਦੇ ਵਿੱਚ ਤੁਸੀਂ ਸਰਚ ਕਰ ਲੈਣਾ @AjaySidana87 ਠੀਕ ਹੈ ਜੀ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਇੰਡੀਵਿਜੂਅਲੀ ਜਿਹੜਾ ਹੈ ਉਹ ਰਿਪਲਾਈ ਕਰ ਸਕਾਂ @AjaySidana87 ਟੈਲੀਗ੍ਰਾਮ ਤੇ ਸਰਚ ਕਰਕੇ ਤੁਸੀਂ ਜਿਹੜਾ ਹੈ ਮੈਨੂੰ ਕੋਈ ਵੀ ਕੁਐਰੀ ਕਰੰਟ ਅਫੇਅਰ ਦੇ ਰਿਗਾਰਡਿੰਗ पूछ सकते हो चलो फिर आप स्टार्ट कर दिया 2 मिनट तो वध लग गए हों तो रियली सॉरी अगे चलते हैं जी आप MCQ बेस्ड ऑन एग्जाम पैटर्न सो हुण इस तो बाद आप 20 क्वेश्चन जिहड़े है वो करांगे नाल नाल उन्हां दे आप ऑप्शन डिस्कस करते रहांगे ते न्यूज़ दी जिन्नी डिटेल जिहड़ी है मैं डिस्कस कर पाऊंगा वो भी आप नाल जिहड़ी है वो डिस्कस करांगे इस तो पहला यानी कि MCQ शुरू करन तो पहला तुहानूं थोड़ा जिहा ये कहूंगा कि अगर तुसीं प्रॉपर तरीके नाल आपदे आप नूं इवैल्यूएट करना है तो तुसीं कॉपी पैन नाल लैके बैठो 1 तो लैके 20 उत्थे जिहड़ा नंबरिंग है वो लिखो ते मेरे आंसर देण तो पहला आपदा आंसर उत्थे लॉक करो लॉक करन दा मतलब ABCD जो भी तुहानूं एग्जैक्ट तुसीं ये मान के चलना है कि यू आर इन दी एग्जामिनेशन हॉल एंड तुहानूं ये जिहड़ा भी तुसीं एग्जाम देना है उस दे तुसीं वो एग्जाम तुसीं इस टाइम दे रहे हो ते अगले 15-20 मिनट या ज़्यादा तो ज़्यादा 25 मिनट लग सकते हैं क्योंकि मैं न्यूज़ की डिटेल भी नाल करवाऊंगा सो उहदे नाल की है कि तुहानूं थोड़ा जिहा आइडिया हो जाएगा कि तुहाडे किन्ने मार्क्स उहदे विच बन रहे हैं ठीक है जी सो MCQ स्टार्ट करते हैं जी आप एग्जाम पैटर्न ते पहला क्वेश्चन थोड़ी स्क्रीन ते ये है ऑन विच ऑफ द फॉलोइंग डेट वर्ल्ड मलाला डे इज सेलिब्रेटेड एवरी ईयर बाय यूनाइटेड नेशंस A 10th of July B 11th of July C 12th of July या D 13th of July वर्ल्ड मलाला डे कि क्वेश्चन पूछ रहा थोड़े तो क्वेश्चन पूछा जा रहा है कि वर्ल्ड मलाला डे UN के द्वारा पूरे साल दे विच किहड़े दिन मनाया जाता है 10 जुलाई 11 जुलाई 12 जुलाई या 13 जुलाई वर्ल्ड मलाला डे The right answer to this question is 12th of July 12 जुलाई ਨੂੰ क्योंकि जो मलाला यूसुफजई दी गर्ल फ्रॉम पाकिस्तान उन्हां दी ये बर्थ एनिवर्सरी हुंदी है she was the youngest girl to get the Nobel Peace Prize in the age of 17 year 1997 ਦੇ ਵਿੱਚ ਇਹਨਾਂ ਦਾ ਬਰਥ ਹੋਇਆ ਤੇ 2014 ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਇੰਡੀਆ ਦੇ ਕੈਲਾਸ਼ ਸਤਿਆਰਥੀ ਜੀ ਦੇ ਨਾਲ ਜਿਹੜੇ ਬਚਪਨ ਬਚਾਓ ਅੰਦੋਲਨ ਦੇ ਜਿਹੜੇ ਸੰਸਥਾਪਕ ਹੈਗੇ ਆ ਉਹਨਾਂ ਦੇ ਨਾਲ ਇਹਨਾਂ ਨੂੰ ਜਿਹੜਾ ਹੈ ਨੋਬਲ ਪੀਸ ਪ੍ਰਾਈਜ਼ ਇਹਨਾਂ ਨੂੰ 2014 ਦੇ ਵਿੱਚ ਮਿਲਿਆ ਸੀਗਾ ਉਸ ਤੋਂ ਬਾਅਦ ਵੀ 2019 ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ UN ਨੇ ਜਿਹੜਾ ਮੋਸਟ ਫੋਲੋਡ ਟੀਨਏਜਰ ਦਾ ਖਿਤਾਬ ਵੀ ਜਿਹੜਾ ਹੈ ਉਹ ਇਹਨਾਂ ਨੂੰ ਦਿੱਤਾ ਹੋਇਆ ਹੈ ਠੀਕ ਹੈ ਜੀ ਇਹਨਾਂ ਦੀ ਇੱਕ ਬੁੱਕ ਹੈ We Are Displaced that is also very very important ਤੁਹਾਨੂੰ ਐਗਜ਼ਾਮ 'ਚ ਪੁੱਛਿਆ ਜਾ ਸਕਦਾ ਹੈ ਕਿ We Are Displaced ਦੇ ਜਿਹੜੇ ਰਾਈਟਰ ਹੈ ਉਹ ਕੌਣ ਹੈਗੇ ਆ ਸੋ ਸ਼ੀ ਇਜ਼ ਮਲਾਲਾ ਯੂਸੁਫਜਈ ਦੀ ਗਰਲ ਫਰੋਮ ਪਾਕਿਸਤਾਨ ठीक है जी ये जी न्यूज़ है ये सी बाकी अगर आप दोस्तों गल करिए 10th ऑफ जुलाई रीसेंट दे विच आप पढ़िया 10th ऑफ जुलाई है नैशनल फिश फार्मर्स डे इंडिया दे विच 10 जुलाई जिहड़ा है वो नैशनल फिश फार्मर डे के तौर पर जिहड़ा है सैलीब्रेट किया जाता है 11th ऑफ जुलाई जिहड़ा है वो हुंदा है इंटरनैशनल पॉपुलेशन दिवस इंटरनैशनल पॉपुलेशन डे इस दिन जिहड़ा है एक रिपोर्ट पेश की जाती है उस रिपोर्ट के मुताबिक जिहड़ा है उस रिपोर्ट के मुताबिक की किया गया कि 2023 दे विच इंडिया जिहड़ा है दैट विल बिकम वर्ल्ड्स मोस्ट पॉपुलस कंट्री आपां जिहड़ा चाइना नूं पिछे छड्डदे होए आपां 2023 दे विच जिहड़ा है वो इंडिया मोस्ट पॉपुलस कंट्री जिहड़ा है वो बन जाएगा ते ऐसे साल 15 नवंबर तक तकरीबन जिहड़ा है वो दुनिया की जिहड़ी पॉपुलेशन है वो 800 करोड़ हो जाएगी 8 बिलियन पॉपुलेशन जिहड़ी है वो वर्ल्ड की हो जाएगी ये चीज़ कही गई तुसीं मैनूं कमेंट बॉक्स दे विच दसना है कि जिहड़ी रिपोर्ट की मैं गल कर रहा इस रिपोर्ट नूं कौन पेश करता है ठीक है जी फिर दोस्तों अगर आप 13th ऑफ जुलाई की गल करिए तो 13th ऑफ जुलाई वाज गुरु पूर्णिमा डे
बिकॉज क्या ਜਾਂਦਾ है कि 5000 साल पहला अषाढ़ मास की पूर्णमाशी ਨੂੰ पूर्णिमा ਨੂੰ ਜਿਹੜਾ ਹੈ ਗੁਰੂ ਪਹਿਲੇ ਗੁਰੂ ਵਿਸ਼ਵ ਦੇ ਪਹਿਲੇ ਗੁਰੂ ਵੇਦ ਵਿਆਸ ਜੀ ਦਾ ਬਰਥ ਹੋਇਆ ਸੀਗਾ ਸੋ ਉਹਨਾਂ ਕਰਕੇ ਜਿਹੜਾ ਹੈ ਇਹ ਗੁਰੂ ਪੂਰਨਿਮਾ ਡੇ ਇਸ ਦਿਨ ਸੈਲੀਬ੍ਰੇਟ ਹੁੰਦਾ ਹੈ ਗੁਰੂ ਦਾ ਮਤਲਬ ਹੁੰਦਾ ਹੈ ਸੰਸਕ੍ਰਿਤ ਦੇ ਵਿੱਚ ਗੂ ਮਤਲਬ ਅੰਧਕਾਰ ਐਂਡ ਰੂ ਮਤਲਬ ਉਹਨੂੰ ਦੂਰ ਕਰਨ ਵਾਲਾ ਅੰਧਕਾਰ ਨੂੰ ਦੂਰ ਕਰਨ ਵਾਲਾ ਗਿਆਨ ਦੀ ਤਰਫ ਲਿਜਾਣ ਵਾਲਾ ਗੁਰੂ ਪੂਰਨਿਮਾ ਬੁੱਧੀਜ਼ਮ ਦੇ ਵਿੱਚ ਵੀ ਇਹ ਦਿਨ ਬਹੁਤ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਇਹੀ ਉਹ ਦਿਨ ਸੀਗਾ ਜਿਸ ਦਿਨ ਗੌਤਮ ਬੁੱਧ ਨੂੰ ਜਿਹੜਾ ਹੈ ਉਹ ਗਿਆਨ ਦੀ ਪ੍ਰਾਪਤੀ ਗੌਤਮ ਬੁੱਧ ਜੀ ਨੂੰ ਜਿਹੜਾ ਹੈ ਉਹਨਾਂ ਨੇ ਸਾਰਨਾਥ ਦੇ ਵਿੱਚ ਜਿਹੜਾ ਪਹਿਲਾ ਸਰਮੋਨ ਐਸੇ ਦਿਨ ਜਿਹੜਾ ਹੈ ਉਹ ਦਿੱਤਾ ਸੀ ਗਿਆਨ ਪ੍ਰਾਪਤੀ ਹੋਣ ਤੋਂ ਬਾਅਦ ਓਕੇ ਹੈ ਜੀ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 2 ਤੇ ਚੱਲਦੇ ਹਾਂ Skill India Mission initiative was started in which of the following year by Government of India? 2004, 2009, 2015 या 2019? Skill India Mission Government of India द्वारा किहड़े साल स्टार्ट किया गया सीगा 2004, 2009, 2015 या 2019? मिशन का नाम है जी स्किल इंडिया या इनिशिएटिव का नाम है स्किल इंडिया द राइट आंसर इज 2015 यानी कि 2015 ਦੇ ਵਿੱਚ ਜਿਹੜਾ ਹੈ ਉਹ ਸਟਾਰਟ ਕੀਤਾ ਗਿਆ ਸੀਗਾ ਅਗਰ ਦੋਸਤੋ ਆਪਾਂ ਇਸ ਮਿਸ਼ਨ ਬਾਰੇ ਗੱਲ ਕਰੀਏ ਅਗਰ ਆਪਾਂ ਇਸ ਮਿਸ਼ਨ ਦੀ ਗੱਲ ਕਰਦੇ ਆ ਤਾਂ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਰੀਸੈਂਟ ਦੇ ਵਿੱਚ 15th of ਜੁਲਾਈ ਆਪਾਂ ਬਾਕੀ ਦਿਵਸ ਕੀਤੇ ਸੀ ਨਾ ਉਸੇ ਦੇ ਵਿੱਚ ਇੱਕ ਆਉਂਦਾ ਹੈ 15th of ਜੁਲਾਈ ਇਹ ਸੀਗਾ ਦੋਸਤੋ ਵਰਲਡ ਯੂਥ ਸਕਿੱਲ डे वर्ल्ड यूथ स्किल्स डे सीगा 15th of जुलाई ओके है जी सो 15 जुलाई जिहड़ा दिन है ये कोई ज़्यादा पुराना नहीं है 2014 की गल है जो UN ने ਇਹ ਦਿਨ ਡੈਡੀਕੇਟ ਕੀਤਾ ਸੀਗਾ ਕਿ ਪੂਰੇ ਵਰਲਡ ਦੀ ਜਿਹੜਾ ਯੂਥ ਦੀ ਪੋਪੂਲੇਸ਼ਨ ਹੈ ਉਹਨਾਂ ਨੂੰ ਸਕਿੱਲਸ ਦੇ ਵਿੱਚ ਜਿਹੜਾ ਹੈ ਉਹ ਲੈ ਕੇ ਆਂਦਾ ਜਾਵੇ ਤਾਂ ਕਿ ਉਹ ਐਂਟਰਪ੍ਰੀਨਿਓਰਸ਼ਿਪ ਤੇ ਜਿਹੜੇ ਜੋਬ ਕੈਪੇਬਲ ਉਹ ਬਣ ਸਕਣ ਠੀਕ ਹੈ ਜੀ ਸੋ 2014 ਦੇ ਵਿੱਚ ਕੀਤਾ ਸੋ ਇੰਡੀਆ ਨੇ ਇਸ ਨੂੰ ਲਾਗੂ ਕਰਨ ਵਾਸਤੇ ਕੀ ਕੀਤਾ 2015 ਦੇ ਵਿੱਚ ਸਕਿੱਲ ਇੰਡੀਆ ਮਿਸ਼ਨ ਜਿਹੜਾ ਹੈ ਉਹ ਲੈ ਕੇ ਆਂਦਾ ਸੋ ਇਸ ਵਾਰੀ 15 ਜੁਲਾਈ ਨੂੰ ਜਦੋਂ ਵਰਲਡ ਯੂਥ ਸਕਿੱਲ ਡੇ ਮਨਾਇਆ ਗਿਆ ਤਾਂ ਉਹਦੇ ਨਾਲ ਹੀ ਜੋ 7th ਐਨੀਵਰਸਰੀ ਹੈ ਉਹ ਵੀ ਸਕਿੱਲ ਇੰਡੀਆ ਦਿਵਸ ਦੀ ਮਨਾਈ ਗਈ ओके है जी आगे चलते हैं क्वेश्चन नंबर 3 दे वाल Recently the 30th meeting of North Zonal Council was held in Jaipur Rajasthan who of the following headed this meeting Shri Narendra Modi B Shri M Venkaiah Naidu C Shri Ashok Gehlot या D Shri Amit Shah ਤੁਹਾਡੇ ਸਿਲੇਬਸ ਦੇ ਵਿੱਚ ਲਿਖਿਆ ਹੋਇਆ ਪੋਲੀਟੀਕਲ ਇਸ਼ੂਜ਼ ਸੋ ਇਹ ਪੋਲੀਟੀਕਲ ਇਸ਼ੂ ਦਾ ਜਿਹੜਾ ਹੈ ਇਹ ਹੁੰਦਾ ਹੈ ਇਸ ਤਰ੍ਹਾਂ ਦਾ ਕੁਐਸਚਨ ਇਸ ਨਾਲ ਰਿਲੇਟ ਕਰਦਾ ਹੈ ਕਿ ਰੀਸੈਂਟ ਦੇ ਵਿੱਚ ਟੀਵੀ ਮੀਟਿੰਗ ਜਿਹੜੀ 30th ਮੀਟਿੰਗ ਹੋਈ ਨਾਰਥ ਜ਼ੋਨਲ ਕਾਉਂਸਲ ਦੀ ਕਿੱਥੇ ਹੋਈ ਜੈਪੁਰ ਰਾਜਸਥਾਨ ਦੇ ਵਿੱਚ ਇਹਨਾਂ ਚੋਂ ਕਿਹੜੇ ਸ਼ਖਸ ਨੇ ਇਹਨਾਂ ਚੋਂ ਕਿਹੜੇ ਪਰਸਨ ਨੇ ਉਸ ਮੀਟਿੰਗ ਨੂੰ ਹੈਡ ਕੀਤਾ पीएम श्री नरेंद्र मोदी जी ने किया वाइस प्रेसिडेंट एम वेंकैया नायडू जी ने किया या राजस्थान के सीएम अशोक गहलोत जी ने किया या अपने गृह मंत्री अमित शाह जी ने किया सो ये क्वेश्चन दोस्तों अगर मान लो तुसी पॉलिटी प्रॉपर तरीके नाल पढ़ी है तो अगर तुहानू स्टैटिक जी के आंदी है तां भी तुसी एज दा आंसर कर सकते हो प्रोवाइडेड कि चाहे तुसी जिहड़ा है वो करंट अफेयर नहीं भी पढ़िया इस मामले दे विच क्यों क्योंकि जिहड़ी जोनल काउंसिल्स हुंदी है ना पॉलिटी दे विच एक चैप्टर है जोनल काउंसिल दा जिहड़ी जोनल काउंसिल हुंदी है इंडिया दे विच अलग-अलग सैगमेंट दी अलग-अलग डायरैक्शन वाइज जिहड़ी जोनल काउंसिल बनी हुई है हर जोनल काउंसिल दे जिहड़े चेयरपर्सन हुंदे है वो हुंदे है दोस्तों अपने होम मिनिस्टर सो द राइट आंसर टू दिस क्वेश्चन इज श्री अमित शाह जी ने जिहड़ी ये मीटिंग है 30th मीटिंग इनू हैड कीता ये मीटिंग दोस्तों जयपुर राजस्थान दे विच होई क्वेश्चन ये क्यों बनया क्योंकि द हिंदू की यह न्यूज़ सी नॉर्थ जोनल काउंसिल डिस्कसिस सिक्योरिटी सो उस जगह ते जिहड़ी है इनू हैड किया अमित शाह जी बैठे है सो इन्होंने इत्थे हैड किया यूनियन होम मिनिस्टर अमित शाह chairing a meeting of the Northern Zonal Council in Jaipur on Saturday. Okay है जी आगे चलते हैं क्वेश्चन नंबर 4 consider the following statements regarding I2U2 recently seen in news recent ਦੇ ਵਿੱਚ ਇੱਕ ਟਰਮ ਨਿਊਜ਼ ਦੇ ਵਿੱਚ ਆਈ I2U2 ਉਹਦੇ ਬਾਰੇ ਤਿੰਨ ਸਟੇਟਮੈਂਟਸ ਦਿੱਤੀਆਂ ਗਈਆਂ ਪਹਿਲੀ ਸਟੇਟਮੈਂਟ ਹੈ ਉਜ਼ਬੇਕਿਸਤਾਨ is also a member country of I2U2 Second statement है first meeting of I2U2 held virtually as Israel as its host. Statement number 3 कहती है PM Narendra Modi attended the meeting as head of state from India. Which of the above statement or statements are true? Only 1 and 2, only 2 and 3, only 1 and 3 या all of the above.
I2U2 ਬਾਰੇ ਤਿੰਨ ਸਟੇਟਮੈਂਟ ਦਿੱਤੀਆਂ ਗਈਆਂ। ਪਹਿਲੀ ਸਟੇਟਮੈਂਟ ਕਹਿੰਦੀ ਹੈ ਕਿ ਉਜ਼ਬੇਕਿਸਤਾਨ ਇਹਦਾ ਮੈਂਬਰ ਹੈ। ਦੂਜੀ ਸਟੇਟਮੈਂਟ ਕਹਿੰਦੀ ਹੈ ਪਹਿਲੀ ਮੀਟਿੰਗ ਰੀਸੈਂਟ ਦੇ ਵਿੱਚ ਵਰਚੁਅਲ ਮਾਧਿਅਮ ਨਾਲ ਹੋਈ ਤੇ ਇਜ਼ਰਾਈਲ ਉਹਦਾ ਹੋਸਟ ਸੀਗਾ। ਤੀਸਰੀ ਸਟੇਟਮੈਂਟ ਕਹਿੰਦੀ ਹੈ ਕਿ ਪੀਐਮ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੰਡੀਆ ਦੀ ਤਰਫੋਂ ਇਹ ਰਿਪਰੈਜ਼ੈਂਟੇਟਿਵ ਸੀਗੇ ਐਜ਼ ਏ ਸਟੇਟ ਹੈਡ। ਠੀਕ ਹੈ ਜੀ। ਸੋ ਦੱਸੋ ਜੀ ਇਹਦਾ ਕੀ ਜਵਾਬ ਆਏਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਵੀ ਸਟੇਟਮੈਂਟ ਵਾਲਾ ਕੁਐਸਚਨ ਆਉਂਦਾ ਹੈ ਇਹਨੂੰ ਤੁਸੀਂ ਰੀਜ਼ਨਿੰਗ ਤਰ੍ਹਾਂ ਸੋਲਵ ਕਰਨਾ ਹੈ। ਇੱਥੇ ਲਿਖਿਆ ਕਰੋ 1 2 and 3, ਫਿਰ ਜਿਹੜੀ ਵੀ ਸਟੇਟਮੈਂਟ ਦਾ ਤੁਹਾਨੂੰ ਪਤਾ ਹੈ ਉਹਦੇ ਤੇ ਟਿਕ ਕਰੋ ਜਾਂ ਕ੍ਰੋਸ ਕਰੋ ਜਾਂ ਕੁਐਸਚਨ ਮਾਰਕ ਲਗਾਓ। ਠੀਕ ਹੈ ਜੀ। ਸੋ ਕੀ ਆਏਗਾ ਜੀ ਇਹਦਾ ਆਨਸਰ ਆਏਗਾ ਦੋਸਤੋ ਓਨਲੀ 2 and 3 ਬਿਕੋਜ਼ ਉਜ਼ਬੇਕਿਸਤਾਨ ਇਜ਼ ਨੋਟ ਅ ਮੈਂਬਰ। ਉਜ਼ਬੇਕਿਸਤਾਨ ਮੈਂਬਰ ਨਹੀਂ ਹੈ। I2 ਦਾ ਮਤਲਬ ਕੀ ਹੈ ਇੰਡੀਆ ਤੇ ਇਜ਼ਰਾਈਲ। U2 ਦਾ ਮਤਲਬ ਕੀ ਹੈ USA ਤੇ UAE। ਥੋੜਾ ਟਾਈਮ ਪਹਿਲਾਂ ਇੱਕ ਨਿਊਜ਼ ਸੀਗੀ ਕਿ USA ਨੇ ਜਦੋਂ ਡੋਨਾਲਡ ਟਰੰਪ ਜੀ ਹੁੰਦੇ ਸੀ USA ਨੇ ਇਜ਼ਰਾਈਲ ਤੇ UAE ਦੀ ਦੋਸਤੀ ਕਰਵਾਈ ਸੀਗੀ ਜਿਹਨੂੰ ਕਹਿੰਦੇ ਅਬਰਾਹਮ ਅਕੋਰਡ। ਸੋ ਹੁਣ ਇਹਨਾਂ ਚਾਰਾਂ ਨੇ ਇੱਕ ਵੈਸਟਰਨ ਕੁਆਡ ਜਿਹੜਾ ਹੈ ਉਹ ਬਣਾਇਆ ਇੰਡੀਆ ਇਜ਼ਰਾਈਲ USA UAE I2U2। ਇਹਦੀ ਪਹਿਲੀ ਮੀਟਿੰਗ ਵਰਚੁਅਲੀ ਹੋਈ ਤੇ ਇਜ਼ਰਾਈਲ ਦੇ ਯੇਅਰ ਲੈਪਿਡ ਜਿਹੜੇ ਹੈ ਉਹ ਉਹਦੇ ਹੈਡ ਸੀਗੇ। ਠੀਕ ਹੈ ਉਹਦੇ ਨਾਲ ਇਹ ਬਿਲਕੁਲ ਸਟੇਟਮੈਂਟ ਸਹੀ ਹੈ। ਤੀਸਰੀ ਵੀ ਸਹੀ ਹੈ। ਨਰਿੰਦਰ ਮੋਦੀ ਜੀ ਨੇ ਇਹਦੇ ਚ ਪਾਰਟਿਸਿਪੇਟ ਕੀਤਾ। ਆ ਦੇਖ ਸਕਦੇ ਹੋ ਤੁਸੀਂ ਜੁਲਾਈ 2022 ਦੇ ਵਿੱਚ ਹੋਈ I2U2 ਸਮਿਟ। ਠੀਕ ਹੈ ਜੀ। ਇਹ ਚਾਰੋਂ ਹੈਡ ਆਫ ਸਟੇਟ ਬੈਠੇ ਹੈ ਇੰਡੀਆ ਦੇ PM ਨਰਿੰਦਰ ਮੋਦੀ ਜੀ, ਅਮਰੀਕਾ ਦੇ ਇਹ ਹੈਗੇ ਹੈ ਜੀ ਯਾਇਰ ਲੈਪਿਡ ਜਿਨ੍ਹਾਂ ਬਾਰੇ ਮੈਂ ਪਿਛਲੀ ਵਾਰੀ ਤੁਹਾਡੇ ਤੋਂ ਕੁਐਸਚਨ ਵੀ ਪੁੱਛਿਆ ਸੀ ਵੀ ਇਜ਼ਰਾਈਲ ਦੇ ਨਵੇਂ ਪ੍ਰਾਈਮ ਮਿਨਿਸਟਰ ਕੌਣ ਬਣੇ ਹੈ। 14ਵੇਂ ਪ੍ਰਾਈਮ ਮਿਨਿਸਟਰ ਬਣੇ ਹੈ ਯਾਇਰ ਲੈਪਿਡ, ਉਹ ਵੀ ਇੱਥੇ ਬੈਠੇ ਹੈ ਤੇ ਜਿਹੜੇ ਹੈ UAE ਦੇ ਹੈਡ ਆਫ ਸਟੇਟ ਵੀ ਹੈਗੇ ਆ। ਓਕੇ ਹੈ ਜੀ। ਇੱਥੇ ਜਿਹੜੀ ਗੱਲ ਹੈ ਵਾਟਰ, ਐਨਰਜੀ, ਟਰਾਂਸਪੋਰਟੇਸ਼ਨ, ਸਪੇਸ, ਹੈਲਥ ਤੇ ਫੂਡ ਸਿਕਿਉਰਿਟੀ ਇਹਨਾਂ 6 ਚੀਜ਼ਾਂ ਬਾਰੇ ਜੀ ਡਿਸਕਸ਼ਨ ਹੈ ਉਹ ਹੋਈ ਹੈਗੀ ਹੈ। ਓਕੇ ਹੈ। ਚਲੋ ਅੱਗੇ ਚੱਲਦੇ ਹਾਂ। Question number 5. As per recent news, PM Shri Narendra Modi has unveiled a bronze statue of Alluri Sitaram Raju in which of the following state of India? A. Tamil Nadu, B. Telangana, C. Andhra Pradesh या D. Karnataka? ਰੀਸੈਂਟ ਦੀ ਨਿਊਜ਼ ਦੇ ਮੁਤਾਬਿਕ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਜਗ੍ਹਾ ਦੇ ਉੱਪਰ ਇੱਕ ਸਟੇਟ ਦੇ ਵਿੱਚ ਐਲੂਰੀ ਸੀਤਾਰਾਮ ਰਾਜੂ, ਠੀਕ ਹੈ ਜੀ, ਜਿਹੜੇ ਇੱਕ ਫੇਮਸ ਫਰੀडम फाइटर ਰਹੇ ਹੋਏ ਹੈ। ਫੇਮਸ ਤਾਂ ਨਹੀਂ ਹੈਗੇ, ਫਰੀडम फाइटर ਰਹੇ ਹੋਏ ਹੈ। ਫੇਮਸ ਕਿਉਂ ਨਹੀਂ ਹੈਗੇ ਮੈਂ ਦੱਸੂਗਾ ਇਸ ਬਾਰੇ। ਉਹਨਾਂ ਦਾ ਇੱਕ ਬ੍ਰੌਂਜ਼ ਸਟੈਚੂ ਜਿਹੜਾ ਹੈ ਉਹ ਅਨਵੇਲ ਕੀਤਾ। ਕਿਹੜੀ ਸਟੇਟ ਦੇ ਵਿੱਚ ਹੋਇਆ ਹੈ? ਚਾਰ ਸਟੇਟਾਂ ਤੁਹਾਡੇ ਸਾਹਮਣੇ ਹੈ ਤਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼ ਜਾਂ ਕਰਨਾਟਕਾ। Which of the following is the right answer? The right answer to this question is Andhra Pradesh. ਆਂਧਰਾ ਪ੍ਰਦੇਸ਼ ਜਿਹੜਾ ਹੈ ਉਹਦੇ ਵਿੱਚ ਇਹ ਜਿਹੜਾ ਸਟੈਚੂ ਹੈ ਇਹ ਅਨਵੇਲ ਕੀਤਾ ਗਿਆ। ਅਗਰ ਆਪਾਂ ਇਸ ਨਿਊਜ਼ ਦੀ ਗੱਲ ਕਰੀਏ PM ਮੋਦੀ ਅਨਵੇਲਸ ਬ੍ਰੌਂਜ਼ ਸਟੈਚੂ ਆਫ ਫਰੀडम फाइटर ਐਲੂਰੀ ਸੀਤਾਰਾਮ ਰਾਜੂ ਐਟ ਭੀਮਾਵਰਮ। ਭੀਮਾਵਰਮ ਕਿੱਥੇ ਹੈ ਦੋਸਤੋ? ਆਂਧਰਾ ਪ੍ਰਦੇਸ਼ ਦੀ ਇਹ ਨਿਊਜ਼ ਹੈ ਦਾ ਹਿੰਦੂ ਦੀ। ਠੀਕ ਹੈ। ਸੋ ਅਗਰ ਆਪਾਂ ਐਲੂਰੀ ਸੀਤਾਰਾਮ ਰਾਜੂ ਜੀ ਦੀ ਗੱਲ ਕਰੀਏ ਸੋ ਕੌਣ ਸੀਗੇ ਇਹ? ਕਿਉਂਕਿ ਦੋਸਤੋ ਆਪਣੇ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਆਜ਼ਾਦੀ ਦੇ 75 ਸਾਲਾਂ ਦਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਜਿਹੜਾ ਹੈ ਉਹ ਸੈਲੀਬ੍ਰੇਟ ਕਰ ਰਹੀ ਹੈ। ਐਂਡ ਉਸ ਦੀ ਜਿਹੜੀ ਥੀਮ ਕਹਿ ਲਓ ਜਾਂ ਇੱਕ ਚੀਜ਼ ਬਾਰੇ ਜਿਹੜਾ ਡਿਸਕਸ਼ਨ ਕੀਤਾ ਜਾ ਰਿਹਾ ਹੈ ਉਹ ਕੀ ਹੈ ਕਿ ਓਨਰਿੰਗ ਦੀ ਅਨਸੰਗ ਹੀਰੋਜ਼, ਯਾਨੀ ਕਿ ਉਹਨਾਂ ਹੀਰੋਜ਼ ਫਰੀडम ਦੇ ਉਹ ਹੀਰੋਜ਼ ਜਿਨ੍ਹਾਂ ਬਾਰੇ ਹਜੇ ਤੱਕ ਜ਼ਿਆਦਾ ਲੋਕ ਨਹੀਂ ਜਾਣਦੇ। ਸੋ ਉਹਨਾਂ ਬਾਰੇ ਵੀ ਜਿਹੜਾ ਹੈ ਲੋਕ ਜਾਣਨ। ਸੋ ਉਹਨਾਂ ਦਾ ਇਸ ਤਰੀਕੇ ਨਾਲ ਜਿਹੜਾ ਹੈ ਇਹ ਕਾਫੀ ਚੀਜ਼ਾਂ ਇਸ ਤਰੀਕੇ ਦੀਆਂ ਅਨਵੇਲ ਕੀਤੀਆਂ ਜਾ ਰਹੀਆਂ। ਉਹਨਾਂ ਚੋਂ ਇੱਕ ਹੈਗੀ ਹੈ ਐਲੂਰੀ ਸੀਤਾਰਾਮ ਰਾਜੂ, believed to have been born in the present day Andhra Pradesh in 1897 or 1898. Alluri Sitaram Raju is known for leading guerrilla resistance against the British in the region at very early age. Okay है जी। तो ये चीज तुसी ध्यान च रखो। आगे चलते हैं। क्वेश्चन नंबर 6 की गल करते हैं। Nomadic elephant is a military exercise between India and which another country? Nomadic elephant. India and Thailand, India and Mongolia, India and Sri Lanka या India and China? एक एक्सरसाइज पूछी गई है थोड़े तो नोमैडिक एलीफेंट। नोमैडिक एलीफेंट नाम की जी मिलिटरी एक्सरसाइज है वो इंडिया ते केड़ी कंट्री दे विचकार हुंदी है? थाईलैंड, मंगोलिया, श्रीलंका या चाइना? द राइट आंसर इज मंगोलिया। इंडिया ते मंगोलिया की एक्सरसाइज है नोमैडिक एलीफेंट। ਹੁਣ ਇਹ ਨਿਊਜ਼ ਜਿਹੜੀ ਹੈ ਜਾਂ ਇਹ ਕੁਐਸਚਨ ਜਿਹੜਾ ਹੈ ਉਹ ਕਿਉਂ ਬਣਿਆ, ਉਹਦਾ ਰੀਜ਼ਨ ਕੀ ਹੈ? ਰੀਸੈਂਟ ਦੇ ਵਿੱਚ ਇੱਕ ਨਿਊਜ਼ ਸੀਗੀ
ਚਾਈਨਾ ਪਾਕ ਬਿਗਿਨ ਵਾਰ ਗੇਮਸ ਆਫ ਸ਼ੰਘਾਈ। ਸੋ ਚਾਈਨਾ ਤੇ ਪਾਕਿਸਤਾਨ ਨੇ ਆਪਸ ਦੇ ਵਿੱਚ ਇੱਕ ਐਕਸਰਸਾਈਜ਼ ਕੀਤੀ ਹੈ ਸੀ ਗਾਰਜੀਅਨ ਨਾਮ ਤੇ। ਕੀ ਹੈਗਾ? ਸੀ ਗਾਰਜੀਅਨ। ਐਂਡ ਦਾ ਸੈਕਿੰਡ ਐਡੀਸ਼ਨ ਜਿਹੜਾ ਹੈ ਉਹ ਚਾਈਨਾ ਤੇ ਪਾਕਿਸਤਾਨ ਨੇ ਕੀਤਾ। ਸੋ ਜਦੋਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਈ ਨਿਊਜ਼ ਆ ਜਾਂਦੀ ਹੈ ਸੋ ਉਸ ਨਾਲ ਰਿਲੇਟਿਡ ਜਿਹੜੀਆਂ ਨਿਊਜ਼ ਹੈ ਉਹ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ ਤੇ ਰਿਲੇਟਿਡ ਇਨਫੋਰਮੇਸ਼ਨ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ। ਸੋ ਜਦੋਂ ਹੀ ਤੁਸੀਂ ਦੇਖਿਆ ਵੀ ਇਸ ਤਰ੍ਹਾਂ ਦੀਆਂ ਵਾਰ ਗੇਮਸ ਜਾਂ ਜਿਹੜੀ ਹੈ ਉਹ ਕੋਈ ਮਿਲਟਰੀ ਐਕਸਰਸਾਈਜ਼ ਹੋਈ ਹੈ ਤਾਂ ਆਪਾਂ ਨੂੰ ਪੜ੍ਹਨਾ ਚਾਹੀਦਾ ਹੈ ਕਿ ਰੀਸੈਂਟ ਦੇ ਵਿੱਚ ਇੰਡੀਆ ਨੇ ਕਿਹੜੀਆਂ ਮਿਲਟਰੀ ਐਕਸਰਸਾਈਜ਼ ਕੀਤੀਆਂ। ਕੁਝ ਦੇ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ, ਜਿਵੇਂ ਕਿ ਸੰਪ੍ਰੀਤੀ ਹੁੰਦੀ ਹੈ ਇੰਡੀਆ ਤੇ ਬੰਗਲਾਦੇਸ਼ ਦੀ, ਮਿੱਤਰ ਸ਼ਕਤੀ ਇੰਡੀਆ ਸ਼੍ਰੀਲੰਕਾ, ਮੈਤਰੀ ਐਕਸਰਸਾਈਜ਼ ਇੰਡੀਆ ਐਂਡ ਥਾਈਲੈਂਡ, वज्र प्रहार इंडिया यूएस, युद्ध अभ्यास इंडिया यूएस, फिर नोमैडिक एलिफेंट ਜਿਹੜਾ ਮੈਂ ਤੁਹਾਡੇ ਤੋਂ क्वेश्चन पूछा, नोमैडिक एलिफेंट इंडिया एंड मंगोलिया, गरुड़ा शक्ति इंडिया इंडोनेशिया, शक्ति ओनली शक्ति ਜਿਹੜੀ एक्सरसाइज है वो है इंडिया एंड फ्रांस, धर्मा गार्जियन इंडिया जापान, सूर्य किरण इंडिया नेपाल, हैंड इन हैंड इंडिया चाइना, सिंपैक्स का मतलब है सिंगापुर इंडिया मैरीटाइम एक्सरसाइज, ठीक है, बाइलेटरल एक्सरसाइज इंडिया एंड सिंगापुर। फिर शक्ति है इंडिया एंड फ्रांस, ते कॉर्पेट कोऑर्डिनेटेड पेट्रोल एक्सरसाइज ये इंडिया बांग्लादेश नाल भी करता है, थाईलैंड नाल भी करता है, रिसेंट दे विच थाईलैंड नाल कीती, ठीक है जी, ध्यान रखना। आगे चलते हैं, क्वेश्चन नंबर 7, सिंगालीला नेशनल पार्क इज द हाईएस्ट प्रोटेक्टेड एरिया ऑफ विच ऑफ द फॉलोइंग इंडियन स्टेट? A वेस्ट बंगाल, B राजस्थान, C तमिलनाडु या D नन ऑफ दी अबव। सिंगालीला नेशनल पार्क क्वेश्चन पूछा जा रहा है, सिंगालीला नेशनल पार्क जिहड़ा कि एक हाईएस्ट प्रोटेक्टेड एरिया है किहड़ी स्टेट दा, किहड़ी इंडियन स्टेट दे विच ये हाईएस्ट प्रोटेक्टेड, हाईएस्ट का मतलब है ऊंचाई की गल कर रही है, ऊंचाई दे विच ये हाईएस्ट है उस स्टेट दा सिंगालीला नेशनल पार्क किहड़ी स्टेट दे विच है? वेस्ट बंगाल, राजस्थान, तमिलनाडु या इन्हां तीनां चों कोई नहीं, किथे होर हैगा। The right answer is वेस्ट बंगाल। वेस्ट बंगाल दे विच है दोस्तों सिंगालीला नेशनल पार्क। क्यों ये क्वेश्चन पूछा गया? हुण तुसीं पुछोगे कि सर नेशनल पार्क तो बहुत हैगे है, किहड़ी स्टेट दे नेशनल पार्क पढ़ने हैं? तो देखो नज़र तो सारे दी मारनी है, पढ़ने तो सारी है, लेकिन जिहड़ी स्टेट या अगर कोई नेशनल पार्क न्यूज़ दे विच चल रहा है तो उनके बारे पढ़ना लाजमी हो जाता है। किस तरीके नाल? सो लास्ट वीक एक न्यूज़ रही, द हिंदू के फ्रंट पेज ते न्यूज़ सी, 20 रेड पांडास टू मेक अ होम इन दी फॉरेस्ट। सो इत्थे की किया गया सीगा? इत्थे किया गया सी, इत्थे नाम आया सी सिंगालीला नेशनल पार्क। सिंगालीला नेशनल पार्क हाईएस्ट प्रोटेक्टेड एरिया इन वेस्ट बंगाल विल सून गेट न्यू डेनिजन्स। किन्ना नू मिलेगा? यानी कि एक जू है दार्जिलिंग हिल्स दे विच, उत्थों दी कुछ जिहड़े रेड पांडास हैगे है उन्हां नू अगले 5 सालां दे विच थोड़े रेड पांडास करके जंगलां दे विच छड्डे जाणगे, उन्हां जंगलां दे विच जिहड़े सिंगालीला नेशनल पार्क दा हिस्सा हैगे है। सो तां करके क्वेश्चन जिहड़ा है इस जगह तो क्वेश्चन बनिया। ओके है जी। सो ये जिहड़ा क्वेश्चन सीगा जिंदे च आपां कीता वेस्ट बंगाल। अगर ऑप्शन आही होण, रीसेंट दे विच एक ट्री न्यूज़ दे विच सीगा खेजरी ट्री न्यूज़ दे विच सीगा। ये जिहड़ा ट्री है ये किहड़ी स्टेट दा स्टेट ट्री है? किहड़ी स्टेट है इन्हां चों? वो है दोस्तों राजस्थान, क्योंकि राजस्थान दे जिहड़ा है वो फिरोधी एरिया दे विच जिहड़ा है एक पेड़ कट्टे जा रहे हैं फॉर सोलर प्लांट लगाने वास्ते। उत्थे जिहड़ा है कम्यूनिटी ने, बिश्नोई कम्यूनिटी ने काफ़ी ज़्यादा जिहड़ा है वो संघर्ष की जिहड़ी चेतावनी भी दी है तो संघर्ष कर भी रहे हैं, बिकॉज बिश्नोई कम्यूनिटी इज नोन टू बी दी फर्स्ट प्रोटेक्टर ऑफ फ्लोरा एंड फ्योना। ठीक है, अच्छा काम, बहुत ज्यादा अच्छा काम करते हो एनवायरमेंट वास्ते। सो तां करके जिहड़ा है वो खेजरी ट्री भी जिहड़ा है वो न्यूज़ दे विच चल रहा सी। आगे चलते हैं जी, क्वेश्चन नंबर 8, इन द स्पोर्ट ऑफ टेनिस विंबलडन इज द ओल्डेस्ट ग्रैंड स्लैम टूर्नामेंट, इन विच ईयर इट वाज स्टार्टेड? 1857, 1877, 1879 या 1887? क्वेश्चन पूछा गया है कि टेनिस के खेल दे विच 4 ग्रैंड स्लैम होंदे है, उनदे चों सब तो पुराना ग्रैंड स्लैम है विंबलडन। सो विंबलडन जिहड़ा है वो किहड़े साल स्टार्ट किया गया सीगा? 1857, 1877, 1879 या 1887? सो द राइट आंसर टू दिस क्वेश्चन इज 1877। 1877 ਦੇ ਵਿੱਚ ਜਿਹੜਾ ਹੈ ਇਹ ਸਟਾਰਟ ਕੀਤਾ ਗਿਆ ਸੀਗਾ। ਦੇਖੋ ਜਦੋਂ ਵੀ ਦੋਸਤੋ ਲੌਨ ਟੈਨਿਸ ਦੀ ਗੱਲ ਆਉਂਦੀ ਹੈ, ਟੈਨਿਸ ਦੀ, ਉਦੋਂ ਕੀ ਹੁੰਦਾ ਹੈ 4 ਗ੍ਰੈਂਡ ਸਲੈਮ ਇੰਪੋਰਟੈਂਟ ਹੁੰਦੇ ਹੈ। ਇਹਨੂੰ ਤੁਸੀਂ ਇਸ ਤਰ੍ਹਾਂ ਯਾਦ ਰੱਖਣਾ ਹੈ, ਸਭ ਤੋਂ ਪਹਿਲਾਂ ਸਾਲ ਦੇ ਸਟਾਰਟਿੰਗ ਤੇ ਹੁੰਦਾ ਹੈ ਆਸਟ੍ਰੇਲੀਅਨ ਓਪਨ, ਫਿਰ ਹੁੰਦਾ ਹੈ ਫ੍ਰੈਂਚ ਓਪਨ ਜਿਹਨੂੰ ਰੋਲੈਂਡ ਗਰੋਸ ਵੀ ਕਹਿੰਦੇ ਆ, ਫਿਰ ਹੁੰਦਾ ਹੈ ਦੋਸਤੋ ਵਿੰਬਲਡਨ, ठीक है जी, तो फिर उस तो बाद होंगे दोस्तों यूएस ओपन। इस साल दे विच लगातार जनवरी फरवरी दे विच ये होंदा है, फिर मई जून दे विच, फिर जुलाई अगस्त दे विच, फिर उस तो बाद सितंबर अक्तूबर दे विच। इस तरीके नाल जिहड़े इवेंट होंदे है 4 ग्रैंड स्लैम
मोस्ट इंपोर्टेंट होंगे है। इहदे चों काफ़ी बारी क्वेश्चन ये पूछा जाता है कि सब तो पहला तो ओल्डेस्ट किहड़ा है, ओल्डेस्ट है विंबलडन जिहड़ा कि 1877 तो खेलिया जा रहा है। तो कई बारी जिहड़ा है खास करके PSSS भी पूछ लैंदा है कि किहड़े कोर्ट हुंदा है कि जिहड़ा ग्राउंड हुंदा है ना टेनिस का जिहदे उपर टेनिस खेलदी है उन्होंने कहते हैं कोर्ट, किहड़े कोर्ट के उपर खेलिया जाता है। तुसीं याद रखना है दोस्तों, विंबलडन सब तो पुराना है तो सब तो पुराना दा कित्थे खेलिया जाता सीगा, ये ग्रास ते खेलिया जाता सीगा। फिर जिहड़ा फ्रेंच ओपन है ये ओनली टूरनामेंट है जिहड़ा क्ले कोर्ट ते खेलिया जाता है। ते बाकी दोनों जिहड़े हैगे ना ऑस्ट्रेलियन ते जिहड़ा है ऑस्ट्रेलियन ओपन ते US ओपन, ये दोनों जिहड़े है ये दोनों खेले जाते हैं हार्ड कोर्ट के उपर। ठीक है जी, ये चीज़ तुसीं ध्यान च रखनी है। फिर विंबलडन न्यूज़ दे विच है सॉरी 1 मिनट, एक चीज़ मैं तुहानूं दिखाया वो विच क्वेश्चन आ गया। विंबलडन जिहड़ा है अगर मैं तुहानूं विंबलडन की सारी हिस्टरी दसां 1877 दे विच ही होया सी, अज तो 145 साल पहला लंदन दे विच हुंदा है इंग्लैंड दे विच। ठीक है, इहदे जिहड़े करंट चैंपीयन बिल्कुल रीसेंट दे विच ही इहदे जिहड़े रिजल्ट्स आए जिहड़ा रीसेंट दे विच ही इवेंट होया है। सो करंट जिहड़े चैंपीयन है वो है सर्बिया दे नोवाक जोकोविक। ओके है, तो मैक्सिमम टाइम मोस्ट सिंगल टाइटल है रोजर फेडरर के नाम। नोवाक जोकोविक ने 7वीं वारी जितया है विंबलडन, बट रोजर फेडरर जिहड़े है उन्होंने 8 वारी इनू जितया होया है। तो विमेन का बहुत इंपोर्टेंट है, विमेन सिंगल का खिताब इस बारी जिहड़ा एलिना राइकेविना ने जितया जिहड़ी कि कजाकिस्तान तो बिलोंग करते हैं। कजाकिस्तान फर्स्ट कजाकिस्तानी लेडी है जिन्हों ने विंबलडन या कोई भी ग्रैंड स्लैम जितया है। शी इज फ्रॉम कजाकिस्तान, एलिना राइकेविना, ये तुसीं ध्यान च रखना है। ओके है, फिर अगर मैं जिहड़ी चीज़ गल कर रहा मैंस टाइटल जिहड़ा जितया वो नोवाक जोकोविक ने। ठीक है, नोवाक जोकोविक की गल कर रहे हैं 7वीं वारी, देखो इन्होंने जिहड़ा है 7th टाइम जितया है, तो टोटल 21 वारी ये ग्रैंड स्लैम जिहड़ा जीत चुके हैं। इस तो बाद इस तो उपर सिर्फ 22 जिहड़े हैगे है 22 ग्रैंड स्लैम जीते हुए है राफेल नडाल ने। ओके है, सो बाकी अगर आप गल करिए एलिना रैकजीना दी तो ये जिहड़े है इन्होंने एक कजाकिस्तान तो मैं दस ही दिता कि शी इज़ दी फर्स्ट लेडी फर्स्ट गर्ल फ्रॉम कजाकिस्तान जिन्होंने कोई भी ग्रैंड स्लैम जिहड़ा है वो जितया है। ओके है जी, आप लास्ट टाइम कर लिया सी, ये वैसे विच आ गया। नैक्सट चलते हैं क्वेश्चन नंबर 10 की आप गल करते हैं, 9 हो गए सीगे। क्वेश्चन नंबर 10 की गल करिए तो नैशनल एम्बलम अनवेल्ड बाय PM मोदी ऑन द रूफ ऑफ न्यू पार्लियामेंट बिल्डिंग is of the weight of dash and height of dash respectively. Option number A 9500 kg 7.5 meter, option number B 8500 kg 6.5 meter, option number C 9500 kg and 6.5 meter, option number D 8500 kg 7.5 meter। बड़े कन्फ्यूजिंग जी है ना, ऐ ही ਤੁਹਾਨੂੰ एग्जाम च मिलणगे कि जिहड़ा है रीसेंट दे विच दोस्तों एक न्यूज़ रही, न्यूज़ जिहड़ी सीगी वो ये सीगी कि नैशनल एम्बलम अपना जिहड़ा राष्ट्रीय चिन्ह है, राष्ट्रीय जिहड़ा अपना प्रतीक हैगा जिहड़ा कि अशोका दे जिहड़ा सारनाथ पिलर तो जिहड़ा है वो लिता गया सीगा। उस जिहड़े चिन्ह नूं PM मोदी जी ने अनवेल किया है, उनका ब्रोंज का एक स्टैचू की तरह एक जिहड़ा हैगा उनका कितना वेट ते कितनी हाइट है ये तुसीं जिहड़ा है आंसर दे विच दसनी है। किहड़ा ऑप्शन जिहड़ा है वो सही है? द राइट आंसर इज 9500 kg एंड 6.5 मीटर। अगर आप इस एम्बलम के दर्शन करिए तो इस तरह का जिहड़ा है एम्बलम है जिन्हों के सामने PM मोदी जी खड़े है, तो ये दोस्तों जिहड़ा है ये 9500 kg इनका वेट है ते 6.5 मीटर ये हाइट दे विच है। ओके है जी, अपना राष्ट्रीय चिन्ह राष्ट्रीय प्रतीक जिन्हें 4 शेर हैगे है, लेकिन फ्रंट पे अगर आप देखिए तो 3 जिहड़े शेर है वो दिखते हैं, चौथा शेर बैक साइड पे होता है। ओके है जी, चल आगे चलते हैं जी। क्वेश्चन नंबर 11, which of the following Indian state has bagged first position in the recently released ranking for the implementation of National Food Security Act? A उड़ीसा, B उत्तर प्रदेश, C आंध्र प्रदेश या D पंजाब। हेठ लिखियां चों किहड़ी स्टेट है जिन्हें फर्स्ट पोजीशन जिहड़ी है उन्हें बैग की है रीसेंट दे विच नैशनल फूड सिक्योरिटी एक्ट की रैंकिंग जिहड़ी है वो जारी की गई है। सो जगह जगह ते आपां देखदे हां हर स्टेट आपदे अकॉर्डिंग, जिवें पंजाब ने आटा दाल स्कीम चलाई हुई है, हर स्टेट ने आपदे अकॉर्डिंग कुछ जिहड़ियां सोशल जिहड़ियां है वो कोज लई स्कीम्स चलाईयां हुई हैं, जिंदे तहत नैशनल फूड सिक्योरिटी एक्ट जिहड़ा कि 2013 दे विच आया सीगा, जिहड़ा कि ये इंश्योर करदा है कि पूरे राज्य दे विच ईवन पूरे देश दे विच कोई भी भुखा ना सोवे। सो गरीब तबका जिहड़ा हैगा उन्होंने जिन्हां नूं बुनियादी सहूलतां रोटी कपड़ा और मकान अजे प्रॉपर नहीं मिल रही, उन्होंने बहुत ही सस्ती दर से जिहड़ा राशन है वो उपलब्ध करवाया जाए।
सो उस नूं स्टेटां इंप्लीमेंट करदियां सो उस इंप्लीमेंटेशन दे विच क्वेश्चन पूछा गया है कि किहड़ी स्टेट नंबर 1 है सो इहदा राइट आंसर है दोस्तों उड़ीसा उड़ीसा इस दे विच जिहड़ा है नंबर 1 आया है इनफैक्ट अगर आपां ऑप्शंस की गल करिए तो लगातार आपां इसे तरीके नाल ही दे रखी है उड़ीसा फर्स्ट ते है उत्तर प्रदेश जिहड़ा है दोस्तों वो सैकेंड ते है ते आंध्र प्रदेश जिहड़ा है वो थर्ड ते है बट पंजाब फोर्थ ते नहीं हैगा पंजाब हरियाणा दिल्ली ठीक है ये जिहड़े है हजे एस्पीरेशनल है ये हले थोड़ा जिहा नीचे है इन्हां नूं थोड़ी जी इंप्रूवमेंट की जरूरत हैगी है अगे चलते हैं जी ये नैशनल फूड सिक्योरिटी एक्ट है फर्स्ट जिहड़ा है वो उड़ीसा आया सैकेंड उत्तर प्रदेश ते थर्ड आंध्र प्रदेश अगे चलते हैं जी क्वेश्चन नंबर 12 की जिहड़ी है वो आपां गल करते हैं क्वेश्चन नंबर 12 जिहड़ा है वो थोड़ी स्क्रीन ते है जिहदे च है हु ऑफ द फॉलोइंग इज द विनर ऑफ मिसिस यूनिवर्स डिवाइन 2022 इन द फाइनल इवेंट हेल्ड इन साउथ कोरिया ए पल्लवी सिंह बी सीनी शेट्टी सी कृति शॉ या डी मारी जाने कैप ठीक है जी दसो कौन हैगे है जिन्हां ने रीसेंट दे विच जित्तिया है मिसिस यूनिवर्स डिवाइन 2022 जिंदा फाइनल इवेंट साउथ कोरिया दे विच होया चार ऑप्शन थोड़े सामने है पल्लवी सिंह शिनी शेट्टी कृति शाह या मरी जाने कैप तो द राइट आंसर इज पल्लवी सिंह इंडिया की पल्लवी सिंह शी बिलोंग्स टू कानपुर उत्तर प्रदेश इन्हां नूं ये खिताब जिहड़ा है साउथ कोरिया दे विच होए इवेंट दे विच मिलिया हैगा लास्ट लैक्चर दे विच आपां सीनी शेट्टी की भी गल कीती सी जिन्हां नूं फेमिना मिस इंडिया वर्ल्ड का खिताब दिता गया है ठीक है एंड मिरिजाने कैप शी इज अ क्रिकेट प्लेयर फ्रॉम साउथ अफ्रीका जिन्हां नूं आईसीसी दे द्वारा प्लेयर ऑफ द मंथ का खिताब मिलिया प्लेयर of the month of June 2022 she is from female cricket and अगर आप गल करिए मेंस क्रिकेट दे विच तां उहदे विच जॉनी ब्रेस्टो फ्रॉम इंग्लैंड उन्हां नूं प्लेयर ऑफ द मंथ का खिताब मिलिया अगे चलदे हैं जी क्वेश्चन नंबर 13 as on dated July 17th 2022 how many batters from India have the record of having century in any T20 international match A4 B5 C6 या D7 बड़ा ही इंटरेस्टिंग क्वेश्चन है ये मैं ਤੁਹਾਨੂੰ ਤਾਂ कर रहा कि कई बार एग्जाम ਦੇ ਵਿੱਚ ਇਦਾਂ ਦੇ क्वेश्चन ਪੁੱਛ ਲਏ ਜਾਂਦੇ ਆ ਜਿਹੜੀ एग्जाम ਦੀ ਡੇਟ ਹੁੰਦੀ ਹੈ ਉਸ ਡੇਟ ਦੇ ਕੇ ਉਦੋਂ ਪੁੱਛ ਲਿਆ ਜਾਂਦਾ ਹੈ ਕਿ ਇੱਥੋਂ ਤੱਕ ਜਿਹੜਾ ਹੈ ਇਹ ਕੀ ਰਿਕਾਰਡ ਰਿਹਾ सो पूछा की जा रहा है रीसेंट ਦੇ ਵਿੱਚ ਤੁਹਾਨੂੰ ਪਤਾ ਹੈ ਇੰਡੀਆ ਤੇ ਇੰਗਲੈਂਡ ਦੀ ਸੀਰੀਜ਼ ਚੱਲ ਰਹੀ ਹੈ ਇਸ ਟਾਈਮ ਵੀ ਵਨਡੇ ਮੈਚ ਜਿਹੜਾ ਹੈ ਚੱਲ ਰਿਹਾ ਥਰਡ ਵਨਡੇ ਸੋ ਅਗਰ ਆਪਾਂ ਉਸ ਬਾਰੇ ਗੱਲ ਕਰੀਏ ਤਾਂ ਅਗਰ ਆਪਾਂ ਪੁੱਛਿਆ ਹੀ ਜਾ ਰਿਹਾ ਹੈ ਕਿ 17 ਜੁਲਾਈ 2022 ਤੱਕ ਇੰਡੀਆ ਦੇ किन्ने बैटर पहला बैट्समैन कहते होंगे सीगे हुण आईसीसी ने नाम चेंज करके बैटर करता ताकि वो मेल क्रिकेट ते फीमेल क्रिकेट दे विच सेम रहे तो इंडिया दे किन्ने बैट्समैन या किन्ने बैटर हैगे है ठीक है इत्थे स्पैशली अगर मेल बैटर्स की गल कर रहा मैं इत्थे मेल बैटर्स कर लो मेल बैटर्स हैगे है जिन्हां ने सेंचुरी लगाई है T20 इंटरनेशनल मैच दे विच 4 5 6 या 7 राइट आंसर इज 5 हैगी है दोस्तों 5 किहड़े-किहड़े है तुहानूं पता होना चाहिए फर्स्ट सीगे सुरेश रैना थोड़े तो पूछा जाए पहली बारी किन्ने लगाई सी इंटरनेशनल की गल कर रहे हैं आउंदी जिहड़ी आपां IPL की गल नहीं कर रहे सुरेश रैना फिर रोहित शर्मा दैन KL राहुल फिर दीपक हुड्डा जिन्होंने रीसेंट दे विच लगाया शतक दीपक हुड्डा तो बिल्कुल रीसेंट दे विच अगर आप गल करिए इंग्लैंड के खिलाफ वो लगाया सूर्य कुमार यादव ने थर्ड T20 इंटरनेशनल बिटवीन इंडिया एंड इंग्लैंड सो आप 5 बैट्समैन है सुरेश रैना रोहित शर्मा KL राहुल दीपक हुड्डा ते सूर्य कुमार यादव जिन्होंने हुण तक T20 इंटरनेशनल दे विच शतक लगाया अगे चलते हैं जी क्वेश्चन नंबर 14 की गल करते हैं विच ऑफ द फॉलोइंग इज द प्रीमियम रेट for खरीफ crop for farmers under प्रधानमंत्री फसल बीमा योजना A 1.5% B 2% C 5% या D exempted यानी कि 0% इन्हां चों प्रीमियम यानी कि किश्त दा रेट कितना है खरीफ क्रॉप वास्ते जो फार्मर्स नूं अदा करना पैंदा है अंडर प्रधानमंत्री फसल बीमा योजना ये क्वेश्चन थोड़े सामने है गवर्नमेंट स्कीम्स जिहड़ियां है हमेशा तो इंपोर्टेंट रहिंदियां किसी भी एग्जाम वास्ते उन्हां चों स्कीम जिहड़ी खास करके किसी ना किसी कारण करके न्यूज़ दे विच होवे उस स्कीम तो क्वेश्चन आना लाजमी हुंदा है सो एक स्कीम न्यूज़ दे विच चल रही है प्रधानमंत्री फसल बीमा योजना क्यों न्यूज़ दे विच चल रही है वो भी दसूंगा सो उहदे विच क्वेश्चन पूछा गया कि खरीफ क्रॉप वास्ते जिहड़े फार्मर्स नूं कितना प्रीमियम रेट देना पैंदा है ते राइट आंसर इज 2% देखो 1.5% है रबी क्रॉप वास्ते
रबी क्रॉप्स ते 5% है दोस्तों कमर्शियल क्रॉप, कमर्शियल ते जिहड़ियां हॉर्टिकल्चर क्रॉप्स होंदियां, हॉर्टिकल्चर क्रॉप्स इन्हां वास्ते जिहड़ा है ये प्रीमियम रेट डिसाइड किए गए हैं। हुण अगर आप दोस्तों इस स्कीम की गल करिए तो यह है प्रधानमंत्री फसल बीमा योजना, जिंदे तहत आ सारा जिहड़ा मैं तुहानूं क्वेश्चन पूछिया रबी फसल, खरीफ फसल, कमर्शियल फसल ते बागवानी फसल क्यों न्यूज़ दे विच है। देखो ਜਦੋਂ ਦੀ ਇਹ ਜਿਹੜੀ ਸਕੀਮ ਹੈ ਇਹ ਲਾਂਚ ਹੋਈ ਉਸ ਤੋਂ ਬਾਅਦ 6 ਸਟੇਟਾਂ ਨੇ ਜਿਹੜਾ ਹੈ ਆਪਦੇ ਆਪ ਨੂੰ ਓਪਟ ਆਊਟ ਜਿਹੜਾ ਹੈ ਉਹ ਕਰ ਲਿਆ ਸੀਗਾ, ਬਟ ਰੀਸੈਂਟ ਦੇ ਵਿੱਚ ਜਿਹੜਾ ਪੀਐਮ ਫਸਲ ਬੀਮਾ ਯੋਜਨਾ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਕਾਫੀ ਚੇਂਜਸ ਕੀਤੇ ਹੈ। ਸੋ ਉਹਨਾਂ ਚੇਂਜਸ ਕਰਕੇ ਹੁਣ ਆਂਧਰਾ ਪ੍ਰਦੇਸ਼ ਨੇ ਇਹ ਡਿਸਾਈਡ ਕੀਤਾ ਹੈ ਕਿ ਉਹ ਵਾਪਸ ਤੋਂ ਇਸ ਸਕੀਮ ਨੂੰ ਓਪਟ ਇਨ ਜਿਹੜਾ ਹੈ ਉਹ ਕਰਨਗੇ। ओके है जी, आगे चलते हैं। क्वेश्चन नंबर 15 भी डेट वाला है। एज ऑन डेटेड 17 जुलाई 2022 इंडिया हैज नाउ हाउ मैनी इंस्क्रिप्शन इन द यूनेस्को रिप्रेजेंटेटिव लिस्ट ऑफ इंटेंजिबल कल्चरल हेरिटेज? 12, 13, 14 या 15? थोड़ा जा टिपिकल, थोड़ा जा औखा क्वेश्चन है, ठीक है। जिन्होंने उपरों लंघ गया वो ध्यान नाल सुनो। यूनेस्को यूनाइटेड नेशन एजुकेशनल साइंटिफिक एंड कल्चरल ऑर्गेनाइजेशन जिसका हैडक्वार्टर है पेरिस फ्रांस दे विच 1945 दे विच ये ऑर्गेनाइजेशन बनी सीगी। ये ऑर्गेनाइजेशन जिवें इहदे च आपां कल्चरल दा भी रखिया तां कल्चरल दे विच टेंजीबल ते इनटेंजीबल जिहड़े हैरीटेज हुंदे है, जिहड़ियां अपनियां विरासतां हुंदियां, जिहड़ियां अपनियां धरोहर हुंदियां, उन्हां नूं पूरे वर्ल्ड दे विच प्रोटैक्ट करन दा, कंजर्व करन दा काम करदे है। देखो टेंजीबल की हुंदा है जिन्हां नूं आपां टच कर सकते हैं, अपनी लाल किले की बिल्डिंग, अपनी ताज महल की बिल्डिंग, ये हुंदी है टेंजीबल हैरीटेज। कुछ इनटेंजीबल हैरीटेज हुंदे है जिवें कि कोई आपां कह दईए कि रिलीजीअस फेयर्स हो गए, कोई फैसटिवल्स हो गए, तो उन्हां नूं कहंदे आ इनटेंजीबल कल्चरल हैरीटेज। सो उन्हां दी रिप्रजेंटेटिव लिस्ट दे विच इंडिया दे किन्ने इनटेंजीबल कल्चरल हैरीटेज आंदे है, ये भी रीसेंट दे विच न्यूज़ दे विच सीगा, तां करके क्वेश्चन बनिया द राइट आंसर इज 14। क्यों न्यूज़ दे विच सीगा? क्योंकि ये जिहड़ी है बिजनेस स्टैंडर्ड दी न्यूज़ सीगी। इंडिया बिकम्स पार्ट ऑफ यूनेस्कोस इंटर गवर्नमेंटल कमेटी टू सेफगार्ड इनटेंजीबल कल्चरल हैरीटेज। अगले 5 सालों वास्ते यूनेस्को ने इंडिया नूं भी जिहड़ा मैंबर है वो बनाया है। सो उहदे विच अगर आपां गल करिए तां इंडिया दे किन्ने इनटेंजीबल कल्चरल हैरीटेज है जो इस लिस्ट दे विच आंदे है, तो वो आंदे है दोस्तों 14 आंदे है, जिंदे चो लास्ट सीगा 2021 दे विच ऐड किया गया सी दुर्गा पूजा, ते इंडिया ने 2023 वास्ते जिहड़ा है वो रिकमेंड किया है गुजरात दा गरबा। ठीक है जी, चलो आगे गल करते हैं। क्वेश्चन नंबर 16, which Indian city is going to have organized the largest shopping festival of India in the year 2023? So मुश्किल क्वेश्चन तो बाद बिल्कुल इजी क्वेश्चन पूछ लिया। ये चीज़ तो तुसीं सोशल मीडिया ते भी देख ली होएगी, काफ़ी जगह ये चीज़ की एडवरटाइजमेंट आ रही है कि इंडिया की किहड़ी सिटी है जिन्होंने ये अनाउंस किया है कि अगले साल असीं इंडिया का सब तो वड्डा शॉपिंग फैसटिवल जिहड़ा है वो ऑर्गेनाइज करांगे। कि वो सिटी मुंबई है, अपनी फाइनेंशियल कैपिटल ऑफ इंडिया, या वो सिटी टेंपल सिटी ऑफ इंडिया भुवनेश्वर हैगी है उड़ीसा की कैपिटल, या वो नैशनल कैपिटल टेरेटरी दिल्ली हैगी है, या फिर वो इंडिया का सब तो स्वच्छ नगर, सब तो साफ नगर इंदौर हैगा है। किहड़ी जिहड़ी सिटी है वो हैगी है जिहड़ी इंडिया का सब तो वड्डा शॉपिंग फैसटिवल सैलीब्रेट करेगी, वो सिटी है दोस्तों दिल्ली। ये न्यूज़ आप क्यों कर रहे हैं? क्योंकि दिल्ली के सीएम दिल्ली टू होस्ट इंडिया बिगेस्ट शॉपिंग फैसटिवल इन 2023 ये चीज़ उन्होंने रिसेंट दे विच अनाउंस की। आगे चलते हैं जी। क्वेश्चन नंबर 17, विच ऑफ द फॉलोइंग रिपोर्ट इज नॉट पब्लिश्ड बाय वर्ल्ड इकोनॉमिक फोरम? इस तरह के एग्जैक्ट क्वेश्चन तुहानूं एग्जाम च मिलणगे। क्वेश्चन पूछा गया है इन्हां चों किहड़ी रिपोर्ट तुहानूं वर्ल्ड इकोनॉमिक फोरम जिहड़ा है वो पब्लिश नहीं करता? पहली ग्लोबल जेंडर गैप रिपोर्ट, सेकंड वर्ल्ड पॉपुलेशन प्रोस्पेक्ट्स, सी ग्लोबल कंपीटेटिवनेस रिपोर्ट, या डी एनर्जी ट्रांजिशन इंडेक्स? इन्हां चों किहड़ी रिपोर्ट है जिहड़ी वर्ल्ड इकोनॉमिक फोरम पब्लिश नहीं करता? पहला तो क्वेश्चन नूं ध्यान नाल पढ़ना हुंदा है। जो आप एग्जाम च बैठे होने आ इत्थे नोट लिखिया होया है, कई बारी तुहानूं चारां चों एक रिपोर्ट पता हुंदी है, तुसीं वर्ल्ड इकोनॉमिक फोरम पढ़दे हो नाल नाल टिक कर दिंदे हो, बाद च पता लगदा है भी नहीं ये तो गलत हो गया। पूछा गया भी जिहड़े वर्ल्ड इकोनॉमिक फोरम जिहड़ी रिपोर्ट नूं पब्लिश नहीं करता, सो दसो जी किहड़ी रिपोर्ट नूं पब्लिश नहीं करता? ये वर्ल्ड पॉपुलेशन प्रोस्पेक्ट्स नूं नहीं करता, क्योंकि ये रिपोर्ट यूएन द्वारा की जाती है। जिहड़ा मैं तुहानूं फर्स्ट क्वेश्चन दे विच ही क्वेश्चन पूछा सीगा कि जिहड़ा वर्ल्ड पॉपुलेशन डे रीसेंट दे विच होया जुलाई 11 नूं 11 जुलाई नूं, उदों एक पॉपुलेशन रिपोर्ट पब्लिश की गई। उस पॉपुलेशन रिपोर्ट का नाम सी वर्ल्ड पॉपुलेशन प्रोस्पेक्ट्स
ਇਹ UN ਦੁਆਰਾ ਪੇਸ਼ ਕੀਤੀ ਜਾਂਦੀ ਹੈ। ਐਸੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਇੰਡੀਆ 2023 ਦੇ ਵਿੱਚ ਚਾਈਨਾ ਨੂੰ ਕ੍ਰੋਸ ਕਰ ਜਾਏਗਾ। ਬਾਕੀ ਜਿਹੜੀਆਂ ਰਿਪੋਰਟ ਹੈ ਰੀਸੈਂਟ ਦੇ ਵਿੱਚ ਨਿਊਜ਼ ਦੇ ਵਿੱਚ ਰਹੀ ਗਲੋਬਲ ਜੈਂਡਰ ਗੈਪ ਰਿਪੋਰਟ, ਇਹ ਨਿਊਜ਼ ਆਏ ਕਿ 146 ਦੇਸ਼ਾਂ ਚੋਂ ਇੰਡੀਆ ਦਾ ਰੈਂਕ ਰਿਹਾ 135, ਠੀਕ ਹੈ, ਇਹ ਨਿਊਜ਼ ਸੀਗੀ। ਫਿਰ ਗਲੋਬਲ ਕੰਪੀਟੀਟਿਵਨੈਸ ਰਿਪੋਰਟ ਤੇ એનર્ਜੀ ਟ੍ਰਾਂਜੀਸ਼ਨ, ਇਹ ਵਰਲਡ ਇਕਨੋਮਿਕ ਫੋਰਮ ਦੁਆਰਾ ਹੀ ਪਬਲਿਸ਼ ਕੀਤੀ ਜਾਂਦੀ ਹੈ। ਆ ਨਿਊਜ਼ ਸੀਗੀ ਦੋਸਤੋ। ਇੰਡੀਆ ਰੈਂਕਸ 135 ਆਊਟ ਆਫ 146 ਇਨ ਦੀ ਜੈਂਡਰ ਗੈਪ ਇੰਡੈਕਸ, ਇਹ ਨਿਊਜ਼ ਸੀਗੀ। ਫਿਰ ਅਗਰ ਆਪਾਂ ਵਰਲਡ ਇਕਨੋਮਿਕ ਫੋਰਮ ਬਾਰੇ ਪੜ੍ਹੀਏ ਤਾਂ ਇਹ 1971 ਦੇ ਵਿੱਚ ਬਣਾਇਆ ਗਿਆ ਸੀ। ਕਲੋਜ਼ ਸ਼ਵਾਬ ਜਿਹੜੇ ਹੈ ਉਹ ਇਹਦੇ ਫਾਊਂਡਰ ਸੀਗੇ। ਜਿਨੇਵਾ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਤੇ ਕਾਫੀ ਜਿਹੜੀਆਂ ਰਿਪੋਰਟ ਹੈ એનર્ਜੀ ਟ੍ਰਾਂਜੀਸ਼ਨ, ਗਲੋਬਲ ਕੰਪੀਟੀਟਿਵਨੈਸ, ਗਲੋਬਲ IT ਰਿਪੋਰਟ, ਗਲੋਬਲ ਜੈਂਡਰ ਗੈਪ ਰਿਪੋਰਟ, ਗਲੋਬਲ ਰਿਸਕ ਰਿਪੋਰਟ ਤੇ ਗਲੋਬਲ ਟਰੈਵਲ ਐਂਡ ਟੂਰਿਜ਼ਮ ਰਿਪੋਰਟ ਇਹਨਾਂ ਦੁਆਰਾ ਪੇਸ਼ ਕੀਤੀ ਹੈ। ਅੱਗੇ ਚਲਦੇ ਹਾਂ ਜੀ। क्वेश्चन नंबर 18 है मेहुली घोष who was recently seen in news is related to which of the following sport? A shooting, B lawn tennis, C table tennis या D squash? ਮੇਹੁਲੀ ਘੋਸ਼ ਜਿਨ੍ਹਾਂ ਨੂੰ ਰੀਸੈਂਟ ਦੇ ਵਿੱਚ ਨਿਊਜ਼ਪੇਪਰਸ ਦੇ ਵਿੱਚ ਇਹਨਾਂ ਦਾ ਨਾਮ ਦੇਖਿਆ ਗਿਆ, ਇਹ ਕਿਹੜੇ ਸਪੋਰਟ ਨਾਲ ਰਿਲੇਟ ਕਰਦੇ ਹੈ? ਸ਼ੂਟਿੰਗ ਨਾਲ, ਲਾਨ ਟੈਨਿਸ ਨਾਲ, ਟੇਬਲ ਟੈਨਿਸ ਨਾਲ ਜਾਂ ਸਕੁਐਸ਼ ਨਾਲ? ਸੋ ਦੀ ਰਾਈਟ ਆਨਸਰ ਇਜ਼ ਸ਼ੂਟਿੰਗ। ਸਪੋਰਟਸ ਸ਼ੂਟਿੰਗ ਨਾਲ ਜਿਹੜਾ ਹੈ ਇਹ ਜਿਹੜੇ ਹੈ ਇਹ ਰਿਲੇਟ ਕਰਦੇ ਹੈ। ਨਿਊਜ਼ ਸੀਗੀ ਮੇਹੁਲੀ ਸ਼ਾਹੂ ਡਿਓ ਵਿਨਸ ਮਿਕਸਡ ਰਾਈਫਲ ਗੋਲਡ। ਰੀਸੈਂਟ ਦੇ ਵਿੱਚ ਜਿਹੜਾ ਹੈ ਉਹ ਸ਼ੂਟਿੰਗ ਦਾ ਵਰਲਡ ਕੱਪ ਜਿਹੜਾ ਹੈ ਉਹ ਚੱਲ ਰਿਹਾ ਹੈ, ਉਹਦੇ ਵਿੱਚ ਮੇਹੁਲੀ ਘੋਸ਼ ਨੂੰ 골ਡ ਮੈਡਲ ਜਿਹੜਾ ਹੈ ਉਹ ਮਿਲਿਆ ਸੀਗਾ, ਤਾਂ ਕਰਕੇ ਇਹ ਨਿਊਜ਼ ਬਣੀ। ਅੱਗੇ ਚਲਦੇ ਹਾਂ। क्वेश्चन नंबर 19 कहता है कंसीडर द फॉलोइंग स्टेटमेंट रिगार्डिंग NIRF रैंकिंग रिसेंटली सीन इन न्यूज। फर्स्ट, the ranking was first started by erstwhile Ministry of HRD in September 2015. Statement number 2, IIT Madras has been adjudged as the overall best institution in the ranking of 2022. Statement number 3, NIRF ranking is done in 11 categories. Which of the above statements are true? 1 and 2, 2 and 3, 1 and 3 या all of the above? ਦੱਸੋ ਜੀ ਇਹਦਾ ਰਾਈਟ ਆਨਸਰ ਕੀ ਆਏਗਾ? ਪੁੱਛਿਆ ਗਿਆ ਤੁਹਾਡੇ ਤੋਂ ਕਿ NIRF ਨੈਸ਼ਨਲ ਇੰਸਟੀਟਿਊਸ਼ਨ ਆਫ ਰੈਂਕਿੰਗ ਫਰੇਮਵਰਕ ਇਹ ਜਿਹੜੀ ਹੈ ਇਹ ਕਦੋਂ ਸ਼ੁਰੂ ਕੀਤੀ ਗਈ? ਪਹਿਲੀ ਸਟੇਟਮੈਂਟ ਹੈ। ਦੂਜੀ ਸਟੇਟਮੈਂਟ ਕਹਿੰਦੀ ਹੈ ਕਿ ਕਿਹੜਾ ਇੰਸਟੀਟਿਊਟ, ਇਹ ਕਹਿ ਰਿਹਾ ਕਿ IIT ਮਦਰਾਸ ਟੌਪ ਤੇ ਰਿਹਾ। ਤੀਸਰਾ ਪੁੱਛ ਰਿਹਾ ਹੈ ਕਿ ਕੀ ਇਹ 11 ਕੈਟੇਗਰੀ ਦੇ ਵਿੱਚ ਹੁੰਦਾ ਹੈ। ਸੋ ਕਿਹੜੀ ਸਟੇਟਮੈਂਟ ਸਹੀ ਹੈ, ਕਿਹੜੀ ਸਟੇਟਮੈਂਟ ਗਲਤ ਹੈ? ਦ ਰਾਈਟ ਆਨਸਰ ਟੂ ਦਿਸ ਕੁਐਸਚਨ ਇਜ਼ all of the above। तीनों ही स्टेटमेंट ਜਿਹੜੀਆਂ ਹੈ ਉਹ ਬਿਲਕੁਲ ਠੀਕ ਹੈਗੀਆਂ। erstwhile ਦਾ ਮਤਲਬ ਕੀ ਹੈ? ਉਸ ਟਾਈਮ ਤੇ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਕਹਿੰਦੇ ਸੀਗੇ, ਅੱਜ ਕੱਲ ਕਹਿੰਦੇ ਆ ਮਿਨਿਸਟਰੀ ਆਫ ਐਜੂਕੇਸ਼ਨ। ਸੋ ਸਤੰਬਰ 2015 ਦੇ ਵਿੱਚ NIRF ਦੀ ਰੈਂਕਿੰਗ ਜਿਹੜੀ ਹੈ ਉਹ ਜਾਰੀ ਕੀਤੀ ਗਈ ਸੀਗੀ। IIT ਮਦਰਾਸ ਲਗਾਤਾਰ ਟੌਪ ਤੇ ਆ ਰਿਹਾ ਓਵਰਆਲ ਕੈਟੇਗਰੀ ਦੇ ਵਿੱਚ, ਤੇ ਟੋਟਲ ਜਿਹੜੀਆਂ ਹੈ ਉਹ 11 ਕੈਟੇਗਰੀਜ਼ ਹੁੰਦੀਆਂ ਜਿਹੜੀਆਂ ਕਿ ਜਿੰਦੇ ਵਿੱਚ ਇੰਸਟੀਟਿਊਸ਼ਨ ਦੀ ਰੈਂਕਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਸੋ ਆ ਨਿਊਜ਼ ਸੀ ਦੋਸਤੋ, IITM ਰੈਂਕਡ ਕੰਟਰੀਜ਼ ਟੌਪ ਹਾਇਰ ਐਜੂਕੇਸ਼ਨਲ ਇੰਸਟੀਟਿਊਟ, ਤੇ ਇਹ ਸਾਰੀ ਚੀਜ਼ ਆਪਾਂ ਪੜ੍ਹੀ। ਕਿਹੜੇ ਪੈਰਾਮੀਟਰ ਹੁੰਦੇ ਆ? ਪੈਰਾਮੀਟਰ ਹੁੰਦੇ ਆ ਟੀਚਿੰਗ ਲਰਨਿੰਗ ਐਂਡ ਰਿਸੋਰਸਿਸ, ਰਿਸਰਚ ਐਂਡ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਆਊਟਕਮ, ਆਊਟਰੀਚ ਐਂਡ ਇਨਕਲੂਸਿਵਿਟੀ ਤੇ ਪਰਸੈਪਸ਼ਨ। ਇਹ ਸਾਰੇ ਜਿਹੜੇ ਹੈ ਇਹ ਪੈਰਾਮੀਟਰਸ ਹੁੰਦੇ ਆ ਜਿਨ੍ਹਾਂ ਪੈਰਾਮੀਟਰਸ ਤੇ ਇੰਸਟੀਟਿਊਸ਼ਨਸ ਨੂੰ ਜੱਜ ਕੀਤਾ ਜਾਂਦਾ ਹੈ। ਅੱਜ ਦੇ ਲਾਸਟ ਕੁਐਸਚਨ ਤੇ ਚਲਦੇ ਹਾਂ। ਇਨ ਵਿਚ ਆਫ ਦੀ ਫੋਲੋਇੰਗ ਸਟੇਟ ਔਰ ਯੂਨੀਅਨ ਟੈਰੀਟਰੀ ਆਫ ਇੰਡੀਆ ਖਰਚੀ ਪੂਜਾ ਫੈਸਟੀਵਲ ਇਜ਼ recently been celebrated? A त्रिपुरा, B लद्दाख, C महाराष्ट्र या D गुजरात? त्रिपुरा, लद्दाख, महाराष्ट्र या गुजरात किथे होया खर्ची पूजा फेस्टिवल? खर्ची पूजा फेस्टिवल, सो खर्ची पूजा फेस्टिवल होया दोस्तों त्रिपुरा ਦੇ ਵਿੱਚ, ਠੀਕ ਹੈ। त्रिपुरा ਦੇ ਵਿੱਚ ਬਹੁਤ ਹੀ ਮਸ਼ਹੂਰ ਇਹ ਫੈਸਟੀਵਲ ਹੈ, ਇੱਕ ਹਫਤਾ ਦਾ ਲੰਬਾ ਹੁੰਦਾ ਹੈ त्रिपुरा ਫੈਸਟੀਵਲ ਜਾਂ ਖਰਚੀ ਪੂਜਾ ਫੈਸਟੀਵਲ। ਰੀਸੈਂਟ ਦੇ ਵਿੱਚ ਦੋਸਤੋ ਲੱਦਾਖ ਨਿਊਜ਼ ਦੇ ਵਿੱਚ ਸੀਗਾ, ਕਿਉਂਕਿ ਲੱਦਾਖ ਦਾ ਜਿਹੜਾ ਲੇਹ ਵਾਲਾ 에ਅਰਪੋਰਟ ਹੈ, ਮੈਨੂੰ ਤੁਸੀਂ ਇਹਦਾ ਨਾਮ ਦੱਸੋ, ਲੇਹ 에ਅਰਪੋਰਟ ਦਾ ਨਾਮ ਕੀ ਹੈ? ਇਹ ਇੰਡੀਆ ਦਾ ਪਹਿਲਾ 에ਅਰਪੋਰਟ ਬਣੇਗਾ ਜਿਹੜਾ ਕਿ ਕਾਰਬਨ ਨਿਊਟਰਲ ਹੋਏਗਾ। ਸੋ ਇਹ 에ਅਰਪੋਰਟ ਅਥਾਰਟੀ ਆਫ ਇੰਡੀਆ ਨੇ ਕੱਲ ਦੀ ਡੇਟ ਦੇ ਵਿੱਚ ਹੀ ਇਹ ਅਨਾਉਂਸ ਕੀਤਾ ਸੀਗਾ। ਫਿਰ ਅਗਰ ਆਪਾਂ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੀ ਜਿਹੜੀ ਗਵਰਨਮੈਂਟ ਸੀ ਉद्धਵ ਠਾਕਰੇ ਜੀ ਦੀ ਗਵਰਨਮੈਂਟ, ਜਿਨ੍ਹਾਂ ਨੇ 29 ਜੂਨ ਨੂੰ ਰਿਜ਼ਾਈਨ ਕਰਤਾ ਸੀਗਾ, ਉਸ ਗਵਰਨਮੈਂਟ ਦਾ ਜਿਹੜਾ ਲਾਸਟ ਡਿਸੀਜਨ ਸੀਗਾ 2 ਸਿਟੀਜ਼ ਨੂੰ ਦੇ ਨਾਮ ਚੇਂਜ ਕਰਨ ਦਾ, ਉਹਨੂੰ ਨਵੀਂ ਗਵਰਨਮੈਂਟ ਨੇ ਵੀ ਮੰਨ ਲਿਆ ਹੈ। ਉਸ ਕਰਕੇ ਮਹਾਰਾਸ਼ਟਰ ਨਿਊਜ਼ ਦੇ ਵਿੱਚ ਸੀਗਾ। ਗੁਜਰਾਤ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਇਹਨਾਂ ਦੇ CM ਭੁਪਿੰਦਰ ਭਾਈ ਪਟੇਲ ਜੀ ਨੇ ਜਿਹੜਾ ਹੈ ਇੱਕ ਚੀਜ਼ ਦੀ ਅਨਾਉਂਸਮੈਂਟ ਕੀਤੀ। ਅਨਾਉਂਸਮੈਂਟ ਕੀ ਕੀਤੀ ਦੋਸਤੋ ਕਿ ਆਉਣ ਵਾਲੇ ਜਿਹੜੇ ਨੈਸ਼ਨਲ ਗੇਮਸ ਹੈ 36th ਨੈਸ਼ਨਲ ਗੇਮਸ ਆਫ ਇੰਡੀਆ ਇਹ ਗੁਜਰਾਤ ਦੇ ਵਿੱਚ ਹੋਣਗੇ, ਠੀਕ ਹੈ ਜੀ। ਸੋ ਇਸ ਕਰਕੇ ਇਹ ਬਾਕੀ 3 ਸਟੇਟਾਂ ਵੀ ਨਿਊਜ਼ ਦੇ ਵਿੱਚ ਸੀਗੀਆਂ।
ਸੋ ਇਹ ਸਾਰੀ ਚੀਜ਼ ਹੈਗੀ ਹੈ ਦੋਸਤੋ ਜੋ ਆਪਾਂ ਜਿਹੜੀ ਹੈ ਇਹਦੇ ਵਿੱਚ ਆਪਾਂ ਪੜ੍ਹਿਆ। ਠੀਕ ਹੈ, 1 ਮਿੰਟ। ਚਲੋ ਇਸ ਦੇ ਨਾਲ ਹੀ ਜਿਹੜਾ ਹੈ ਉਹ ਆਪਾਂ ਲੈਕਚਰ ਨੂੰ ਐਂਡ ਕਰਦੇ ਹਾਂ। ਆਪਦੇ ਕਮੈਂਟਸ ਜਿਹੜੇ ਹੈ ਉਹ ਜ਼ਰੂਰ ਜਿਹੜੇ ਹੈ ਤੁਸੀਂ ਦੱਸਣੇ ਹੈ, ਤਾਂ ਆਪਦਾ ਸਕੋਰ ਵੀ ਦੱਸਣਾ ਹੈ ਤੇ ਕੋਈ ਫੀਡਬੈਕ ਹੈ ਉਹ ਵੀ ਦੱਸਣੀ ਹੈ। ਥੈਂਕ ਯੂ ਸੋ ਮਚ।